ਇਹਦੇ ਤੇ ਆਸ ਹੁੰਦੀ ਆ ਵੀ ਇਹ ਫਸਲ ਲਾਸਟ ਹੁੰਦੀ ਆ ਜ਼ਿਮੀਦਾਰ ਦੇ ਕੋਲ ਵੀ ਸ਼ਾਇਦ ਇਹਦੇ ਵਿੱਚੋਂ ਸਾਨੂੰ ਕੁਝ ਪ੍ਰੋਫਿਟ ਆ ਜਾਊਗਾ, ਪਰ ਮੈਨੂੰ ਨਹੀਂ ਲੱਗਦਾ ਐਤਕੀ ਕੋਈ 15-20 ਹਜ਼ਾਰ ਰੁਪਈਆ ਪੱਲਿਓਂ ਪਾ ਕੇ ਜਾਨ ਛਡਾਉਣੀ ਪੈਣੀ ਆ। ਆਉਣ ਵਾਲੀ ਪੀੜ੍ਹੀ ਸਾਨੂੰ ਵੀ ਮਾਰੂਗੀ ਕਿ ਜੇ ਇਦਾਂ ਦੇ ਕਾਨੂੰਨ ਬਣੇ ਸੀ ਕਿ ਸ਼ਾਂਤਮਈ ਸੰਘਰਸ਼ ਵੀ ਨਹੀਂ ਤੁਸੀਂ ਜਾ ਸਕੇ, ਤੁਸੀਂ ਹਥਿਆਰ ਤਾਂ ਕੀ ਚੱਕਣੇ ਸੀ? ਸੁੱਖਾ ਮਹਿਤਾਬ ਜਾਂ ਮਨੀ ਸਿੰਘ ਵਰਗੇ, ਸ਼ਹੀਦ ਮਨੀ ਸਿੰਘ ਵਰਗੇ, ਉਹ ਤਾਂ ਕਿੱਥੋਂ ਬਣਨਾ ਸੀ? ਤੁਸੀਂ ਸ਼ਾਂਤਮਈ ਸੰਘਰਸ਼ ਦੇ ਵਿੱਚ ਵੀ ਹਿੱਸਾ ਨਹੀਂ ਪਾ ਸਕੇ। ਜਿਹੜਾ ਹੁਣ ਖਾਣ ਪੀਣ ਵਾਲਾ ਜਿੱਦਾਂ ਮੰਨ ਲਓ ਸਰੋਂ ਦਾ ਤੇਲ ਆ, ਉਹ ਸਿੱਧਾ ਹੀ ਮੰਨ ਲਓ 60-70 ਰੁਪਏ ਦੀ ਬੋਤਲ ਦੀ ਉਹ ਸਿੱਧਾ ਹੀ 160 ਰੁਪਏ ਦੀ ਬੋਤਲ ਚਲੇ ਗਈ। ਉਹ 100 ਰੁਪਈਆ ਕਿਸੇ ਨੂੰ ਦਿਸਿਆ ਹੀ ਨਹੀਂ ਵੀ ਉਹ ਅੰਦਰ ਕਦੀ ਉਦਾਂ ਹੀ ਵੱਧ ਗਿਆ ਵੀ 100 ਰੁਪਈਆ। ਫਿਰ ਆ ਧਰਨੇ ਤੇ ਬੈਠਿਆਂ ਸਿੱਧਾ ਹੀ 700 ਰੁਪਈਆ ਬੋਰੀ ਦਾ ਜਿਹੜਾ DAP 1200 ਨੂੰ ਹੀ ਤੇ 1900 ਨੂੰ DAP ਹੋ ਗਈ। ਇੰਜ ਨਹੀਂ ਕੋਈ ਸਿਸਟਮ ਬਣ ਸਕਦਾ ਵੀ ਕਿਸਾਨ ਆਪ ਜਿਹੜਾ ਜਾ ਕੇ ਵੇਚੇ, ਫਿਰ ਉਹਨੂੰ ਜ਼ਿਆਦਾ ਪ੍ਰੋਫਿਟ ਨਹੀਂ ਹੋ ਸਕਦਾ? ਨਹੀਂ, ਇਹ ਪ੍ਰੋਫਿਟ ਤਾਂ ਕਿਸਾਨ ਨੂੰ ਹੋ ਸਕਦੀ ਆ, ਪਰ ਜਿਹੜਾ ਉਪਜ ਕਰਨ ਵਾਲਾ ਬੰਦਾ ਆ, ਪੈਦਾਵਾਰ ਕਰਨ ਵਾਲਾ ਬੰਦਾ ਆ, ਉਹ ਦੁਕਾਨਦਾਰੀ ਨਹੀਂ ਕਰ ਸਕਦਾ। ਉਹਦੀ ਬਹੁਤ ਵੱਡੀ, ਉਹ ਇੱਧਰ ਟਾਈਮ ਦਊਗਾ ਜਾਂ ਉੱਧਰ ਟਾਈਮ ਦਊਗਾ, ਇਸ ਕਰਕੇ ਉਹਦੇ ਵਾਸਤੇ ਉਹ ਤਾਂ ਪੈਦਾਵਾਰ ਕਰਕੇ ਦਊਗਾ। ਇਹ ਤੇ ਨੀਤੀਆਂ ਮਾੜੀਆਂ ਕਿ ਸਾਡੇ ਕੋਲੋਂ 3 ਰੁਪਏ ਲੈ ਕੇ ਰੇਹੜੀ 5 ਰੁਪਏ ਆ। ਸਾਰੇ ਕਹਿੰਦੇ ਸੀ ਇੱਕ ਕਿਸਾਨ ਨੇ ਸਾਰੀ ਜਿਹੜੀ ਹੈ GDP ਆ ਉਹਨੂੰ ਬੰਨੀ ਰੱਖਿਆ, ਤੇ ਅੱਜ ਉਹੀ ਕਿਸਾਨ ਇਹਨਾਂ ਨੇ ਰੋਲ ਦਿੱਤਾ। ਪਹਿਲਾਂ ਤੇ ਬਾਰਦਾਨਾ ਨਹੀਂ ਆਇਆ ਕਣਕਾਂ ਦੀ ਵਾਰੀ, ਜੇ ਹੁਣ ਖਰਬੂਜੇ ਦੀ ਦੁਹਾਣੇ ਦਾ ਸੀਜ਼ਨ ਆਇਆ ਤੇ ਉਦੋਂ ਹੀ ਲੋਕਡਾਊਨ ਲਾਤਾ। ਇਹ ਇੱਕ ਪਾਸੇ ਤਾਂ ਗਵਰਨਮੈਂਟ ਕਹਿ ਰਹੀ ਆ ਵੀ ਅਸੀਂ ਫਰੂਟ ਨੂੰ, ਸਬਜ਼ੀ ਨੂੰ ਛੂਟ ਦਿੱਤੀ ਹੋਈ ਆ, ਪਰ ਦੁਕਾਨਾਂ ਵਾਲਿਆਂ ਨੂੰ ਦੁਕਾਨਾਂ ਜਿਹੜੀਆਂ ਨਹੀਂ ਖੋਲ੍ਹਣ ਦਿੰਦੇ, ਉਹ ਜੇ ਰੇਹੜੀਆਂ ਦੇ ਵਿਚਾਰੇ ਰੱਖ ਕੇ ਰੇਹੜੀਆਂ ਮੂੰਹ ਮਾਰ ਦਿੰਦੇ ਆ। ਤਾਂ ਸ਼੍ਰੀਨਗਰ ਕੱਲ ਘੱਟੋ ਘੱਟ ਨਹੀਂ ਤੇ ਮੇਰੇ 70-80 ਗੱਡੀਆਂ ਖੜੀਆਂ ਆ ਸ਼੍ਰੀਨਗਰ। ਉਹ ਕਹਿੰਦੇ ਸਿਰਫ 2 ਘੰਟੇ ਦੀ ਮੰਡੀ, 2 ਘੰਟੇ 'ਚ ਅਸੀਂ ਡਾਲਾ ਖੋਲਦੇ ਆ ਤੇ ਪੁਲਿਸ ਵਾਲੇ ਆ ਜਾਂਦੇ ਬੰਦ ਕਰਾਉਣ ਵੀ 2 ਘੰਟੇ ਦੇ ਵਿੱਚ ਕੀ ਵੇਚਾਂਗੇ। ਮਤਲਬ ਕਿਸਾਨ ਦੀ ਬਹੁਤ ਜ਼ਿਆਦਾ ਮਿਹਨਤ ਆ, ਉਹਨੂੰ ਆਪਣਾ ਮਿਹਨਤ ਕੀ ਮਿਲਣੀ ਆ, ਉਹਨੂੰ ਆਪਣੇ ਲਾਗਤ ਨਹੀਂ ਮਿਲ ਰਹੀ। ਜ਼ਿਆਦਾ ਸਾਲ ਨਹੀਂ ਹੋਏ, ਕੁਝ ਸਾਲ ਪਹਿਲਾਂ ਦੀਆਂ ਗੱਲਾਂ ਨੇ। ਬਾਪੂ ਦੀ ਉਡੀਕ ਰਹਿੰਦੀ ਹੁੰਦੀ ਸੀ ਵੀ ਕਦੋਂ ਬਾਪੂ ਖਰਬੂਜਾ ਲੈ ਕੇ ਆਵੇ, ਤੇ ਬਾਪੂ ਨੇ ਲਿਆ ਕੇ ਖਰਬੂਜਾ ਬਾਲਟੀ ਦੇ ਵਿੱਚ ਰੱਖਣਾ, ਠੰਡਾ ਕਰਕੇ ਖਾਣਾ। ਉਹ ਮੌਜਾਂ ਲੱਗ ਜਾਂਦੀਆਂ ਸੀ। ਸਦ ਇੱਕ ਮੰਜੇ ਉੱਪਰ ਬੈਠ ਕੇ ਸਾਰਾ ਪਰਿਵਾਰ ਖਰਬੂਜਿਆਂ ਨੂੰ ਖਾਂਦਾ ਸੀ। ਜਿਹੜਾ ਕਪੂਰਥਲਾ ਇਲਾਕਾ ਹੈ, ਇਹ ਮੇਨ ਮੰਨਿਆ ਜਾਂਦਾ ਹੈ ਖਰਬੂਜੇ ਦੇ ਵਿੱਚ। ਹਦਵਾਣੇ ਨੂੰ ਵੀ ਜਿਹੜਾ ਕਿਸੇ ਇਲਾਕੇ ਦੇ ਵਿੱਚ, ਮਾਲਵੇ ਦੇ ਵਿੱਚ ਤਰਬੂਜ ਕਹਿ ਦਿੰਦੇ ਨੇ, ਮਤੀਰਾ ਵੀ ਕਹਿ ਦਿੰਦੇ ਨੇ, ਤੇ ਇਸ ਇਲਾਕੇ ਦੇ ਵਿੱਚ ਹਦਵਾਣਾ ਕਿਹਾ ਜਾਂਦਾ ਹੈ। ਤੁਸੀਂ ਸਾਹਮਣੇ ਤਸਵੀਰਾਂ ਦੇਖ ਰਹੇ ਹੋ। ਇਹ ਇਲਾਕਾ ਜਿਹੜਾ ਇੱਕ ਗੜ੍ਹ ਮੰਨਿਆ ਜਾਂਦਾ ਹੈ ਇਹਨਾਂ ਚੀਜ਼ਾਂ ਦਾ। ਕੀ ਫਾਇਦਾ ਹੁੰਦਾ ਹੈ, ਕੀ ਨੁਕਸਾਨ ਹੈ ਕਿਸਾਨ ਨੂੰ ਇਹਨਾਂ ਚੀਜ਼ਾਂ ਦਾ, ਗੱਲਬਾਤ ਕਰਾਂਗੇ। ਵੀਰ ਜੀ ਹੁਣੀ ਸਾਡੇ ਨਾਲ ਨੇ ਜਿਹੜੇ ਲਗਾਤਾਰ ਬਹੁਤ ਸਾਲਾਂ ਤੋਂ ਇਹ ਖੇਤੀ ਕਰ ਰਹੇ ਨੇ। ਵੀਰ ਜੀ, ਜੇ ਆਪਾਂ ਗੱਲ ਖਰਬੂਜੇ ਦੀ ਕਰੀਏ ਤਾਂ ਖਰਬੂਜੇ ਦੀ ਵੈਰਾਈਟੀ ਵੱਖ-ਵੱਖ ਪ੍ਰਕਾਰ ਦੇ ਵਿੱਚ ਆਉਂਦਾ ਇਹ, ਕਿ ਇੱਕੋ ਮਤਲਬ ਕਿ ਇਹਦੀ ਜਿਹੜੀ ਫਸਲ ਹੈਗੀ ਆ ਜਾਂ ਇਹਦੇ ਬੀਜ ਨੇ ਇੱਕ ਪ੍ਰਕਾਰ ਦੇ ਹੁੰਦੇ ਜੇ ਵੱਖ-ਵੱਖ ਪ੍ਰਕਾਰ ਦਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜੀ ਤੁਸੀਂ ਕਿਸਾਨਾਂ ਦੀ ਆਵਾਜ਼ ਉਠਾਉਣ ਵਾਸਤੇ ਆਏ ਆ। ਜਿੱਦਾਂ ਹੁਣ ਗੋਦੀ ਮੀਡੀਆ ਚੈਨਲ, ਉਹਨਾਂ ਤੋਂ ਦਿਸਣਾ ਕੁਛ ਨਹੀਂਗਾ ਵੀ ਕਿਸਾਨਾਂ ਦੇ ਨਾਲ ਕੀ ਹੋ ਰਿਹਾ, ਕੀ ਨਹੀਂ ਹੋ ਰਿਹਾ। ਤੇ ਇਹਦੀ ਜਿਹੜੀ ਤੁਸੀਂ ਬੀਆਂ ਦੀ ਗੱਲ ਕੀਤੀ, ਇਹ ਵੱਖ-ਵੱਖ ਵੈਰਾਈਟੀਆਂ ਹੁੰਦੀਆਂ ਆ। ਇਹ ਜਿੱਦਾਂ ਕੋਈ 20,000 ਤੋਂ ਸਟਾਰਟ ਹੋ ਕੇ 70-80 ਹਜ਼ਾਰ ਰੁਪਏ ਤੱਕ ਕਿਲੋ ਬੀਜ ਦਾ ਹੀ ਰੇਟ ਆ, ਖਰਬੂਜੇ ਦਾ ਵੀ ਤੇ ਇੱਦਾਂ ਹੀ ਤਰਬੂਜ ਦਾ। ਅੱਛਾ, ਇੰਨਾ ਮਹਿੰਗਾ? ਇਕੱਲਾ ਬੀਜ ਵੀ ਹੈ ਇਹਦਾ? ਹਾਂ, ਬੀਜ ਦਾ ਇਹਦਾ ਵੱਖ-ਵੱਖ ਵੈਰਾਈਟੀਆਂ ਦਾ ਫਰਕ ਹੁੰਦਾ। ਤੇ ਜਿਹੜਾ ਇੱਧਰਲੇ ਇਲਾਕੇ ਦੇ ਵਿੱਚ ਤਰਬੂਜ ਜ਼ਿਆਦਾ ਬੀਜਿਆ ਜਾਂਦਾ, ਜਿਹਨੂੰ ਇੱਧਰ ਹਦਵਾਣਾ ਕਹਿੰਦੇ ਨੇ, ਤੇ ਇੱਕ ਅਸੀਂ ਵੇਖਿਆ ਵੀ ਇੱਕ ਤੇ ਹਰੇ ਰੰਗ ਦਾ ਹੁੰਦਾ, ਅੰਦਰੋਂ ਲਾਲ ਰੰਗ ਹੁੰਦਾ ਉਹਦਾ ਜਦ ਕੱਟਦੇ ਆ, ਤੇ ਇੱਕ ਅਸੀਂ ਦੇਖਿਆ ਵੀ ਜਦ ਉਹਨੂੰ ਕੱਟਦੇ ਆ ਉੱਪਰੋਂ ਉਹ ਪੀਲੇ ਰੰਗ ਦਾ ਵੀ ਹੁੰਦਾ, ਅੰਦਰ ਵੀ ਪੀਲਾ ਹੁੰਦਾ। ਵੱਖ-ਵੱਖ ਤਰ੍ਹਾਂ ਦੀਆਂ ਵੈਰਾਈਟੀਆਂ ਨੇ। ਇਹਦੇ ਵਿੱਚ ਫਰਕ ਹੈ ਕੁਝ? ਹਾਂਜੀ, ਇਹਦੇ ਵਿੱਚ ਫਰਕ ਆ। ਜਿੱਦਾਂ ਉਹ ਬੋਬੀ ਸੀਡ ਆ, ਉਹਦਾ ਖਰਬੂਜੇ ਦਾ ਵੀ ਆਉਂਦਾ, ਉਹ 80,000 ਨੂੰ ਕਿਲੋ ਬੀਜ ਆ। ਅੱਛਾ ਜੀ। ਹਾਂਜੀ, ਤੇ ਉਹਦਾ ਵੱਖ-ਵੱਖ ਉਹ ਸਪੋਰਟ ਵੀ ਹੁੰਦਾ ਆ। ਤੇ ਇੱਥੇ ਵੀ ਜਿੱਦਾਂ ਹੁਣ ਵੱਡੇ ਮੌਲਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੋਊਗਾ, ਉਹਦੀ ਜਿਹੜਾ ਪ੍ਰਾਈਸ ਆ 40-50 ਰੁਪਏ ਕਿਲੋ ਆ, ਪਰ ਕਿਸਾਨਾਂ ਨੂੰ ਕੁਝ ਨਹੀਂ ਮਿਲਦਾ ਪਿਆ। ਜੀ ਜੀ। ਜੇ ਆਪਾਂ ਤਰਬੂਜ ਦੀ ਗੱਲ ਕਰਦੇ ਹਾਂ, ਤਰਬੂਜ ਹਦਵਾਣਾ ਜਿਹਨੂੰ ਕਹਿੰਦੇ ਨੇ, ਤੁਹਾਡੇ ਇਲਾਕੇ ਦੇ ਵਿੱਚ ਤੁਸੀਂ ਲਗਾਤਾਰ ਬੀਜਦੇ ਹੋ, ਕਿੰਨੇ ਸਾਲ ਤੁਹਾਨੂੰ ਹੋ ਗਏ ਨੇ? ਸਾਨੂੰ ਲਗਭਗ 10 ਸਾਲ ਹੋ ਗਏ। ਇਹ ਤਰਬੂਜ ਐਸੀ ਫਸਲ ਆ ਜਿਹੜੀ ਅੱਜ ਜਿਹੜੀ ਜ਼ਮੀਨ 'ਚ ਲੱਗੀ ਆ, ਦੂਸਰੇ ਸਾਲ ਇਹ ਹੋਣੀ ਨਹੀਂ। ਜੇ ਇਹਦੀ ਵੇਲ ਹੋ ਗਈ ਤੇ ਇਹਨੂੰ ਫਲ ਨਹੀਂ ਲੱਗਣਾ। ਇਹਨੂੰ 1 ਸਾਲ ਪੈਲੀ ਨੂੰ ਬਦਲ ਕੇ ਲਾਉਣਾ ਪੈ ਰਿਹਾ। ਤੇ ਐਤਕੀ ਕੁਛ ਮੌਸਮ ਨੇ ਐਸਾ, ਜਿੱਦਾਂ ਠੰਡਾ ਮੌਸਮ ਰਿਹਾ, ਹਨੇਰੀਆਂ ਝੱਖੜ ਰਿਹਾ, ਉਹਦੇ ਵਿੱਚ ਇੱਕ ਤਾਂ ਜਿਹੜਾ ਫਲ ਆ, ਫਰੂਟ ਆ, ਉਹ ਪਹਿਲੇ ਸਾਲਾਂ ਨਾਲੋਂ ਅੱਧਾ ਆ, 50% ਰਹਿ ਗਿਆ। ਤੇ ਦੂਸਰਾ ਜਿਹੜਾ ਮੌਸਮ ਦਾ ਕਰਕੇ ਹੀ ਮੈਂ ਕਹੂੰਗਾ, ਜਿਹੜਾ ਰੇਟ ਤੇ ਇੱਕ ਲੋਕਡਾਊਨ,
ਜਿਹੜਾ ਲੋਕਡਾਊਨ ਆ ਇਹ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਇਹਦੇ ਵਿੱਚ ਕੋਈ ਮਦਦ ਨਹੀਂ ਕੀਤੀ। ਜਦੋਂ ਕਿਤੇ ਮਨਿਆਰੀ ਵਾਲੇ ਜਾਂ ਦੁਕਾਨਾਂ ਵਾਲੇ, ਕੱਪੜੇ ਵਾਲੇ ਜਦੋਂ ਡੀਸੀ ਸਾਹਿਬ ਨੂੰ ਮਿਲਦੇ ਆ ਜਾਂ ਸਰਕਾਰੀ ਅਧਿਕਾਰੀ ਨੂੰ ਮਿਲਦੇ ਆ ਤਾਂ ਉਹਨਾਂ ਦੀ ਆਵਾਜ਼ ਸੁਣੀ ਜਾਂਦੀ ਆ, ਤੇ ਕਿਸਾਨਾਂ ਦੀ ਜਿਹੜੀ ਕੋਈ ਆਵਾਜ਼ ਨਹੀਂ। ਮੇਰਾ ਖਿਆਲ ਹੈ ਕਿ ਵੱਧ ਤੋਂ ਵੱਧ 25 ਤੋਂ 30 ਦਿਨ ਦਾ ਸੀਜ਼ਨ ਆ ਖਰਬੂਜੇ ਤੇ ਹਦਵਾਣੇ ਦਾ, ਤੇ ਇਹਦੇ ਵਿੱਚ ਹੀ ਲੋਕਡਾਊਨ ਕੀਤਾ ਗਿਆ, ਜਿਹਦੇ ਵਿੱਚ 2 ਦਿਨ ਪ੍ਰੋਪਰ ਮੰਡੀਆਂ ਬੰਦ ਆ, ਤੇ ਪਤਾ ਨਹੀਂ ਵੀ ਮੁੜ ਕੇ ਜਿਹੜਾ ਵਿਚਲੇ ਦਿਨ ਆ ਉਦਣ ਬਾਰਿਸ਼ ਆ। ਇਹਨਾਂ ਦੋਵਾਂ ਚੀਜ਼ਾਂ ਦਾ ਕਰਕੇ ਐਤਕੀ ਜਿਹੜਾ ਖਰਬੂਜਾ ਤੇ ਹਦਵਾਣਾ ਰੁਲ ਗਿਆ। ਜਿਹੜੇ ਕਿਸਾਨ ਦਾ ਐਸਟੀਮੇਟ ਪੂਰਾ ਪ੍ਰੋਪਰ ਤੁਸੀਂ ਕੱਢ ਕੇ ਲਾਉਨੇ ਆ, ਉਹ ਤੋਂ 50,000 ਖੇਤ ਦਾ ਆਉਂਦਾ ਠੇਕਾ ਵਿੱਚ ਪਾ ਕੇ, ਕਿੱਲੇ ਦਾ 1 ਕਿੱਲੇ ਦਾ। ਤੇ ਉਹਦੀ ਉਹਦੇ ਚ ਕਮਾਈ ਐਤਕੀ ਜਿਵੇਂ ਦਿਸਣ ਡਈ ਆ ਕਿ 30 ਤੋਂ 35,000 ਜਿਹੜਾ ਉਹ ਵਾਪਸ ਆਊਗਾ। 15,000 ਜਿਹੜਾ ਉਹ ਕਿਸਾਨ ਘਾਟੇ ਚਲ ਗਿਆ ਪਰ ਕਿੱਲੇ ਦੇ। ਤੇ ਉਹਦੀ ਕਿਸਾਨ ਨੇ ਉੱਠਣਾ ਕਦੋਂ ਆ? ਜਦੋਂ ਪਿਛਲੀ ਵਾਰੀ ਲੋਕਡਾਊਨ ਹੋਇਆ ਸੀ ਤਾਂ ਸਾਰੇ ਕਹਿੰਦੇ ਸੀ ਇੱਕ ਕਿਸਾਨ ਨੇ ਸਾਰੀ ਜਿਹੜੀ ਹੈ GDP ਆ ਉਹਨੂੰ ਬੰਨੀ ਰੱਖਿਆ, ਤੇ ਅੱਜ ਉਹੀ ਕਿਸਾਨ ਇਹਨਾਂ ਨੇ ਰੋਲ ਦਿੱਤਾ। ਪਹਿਲਾਂ ਤੇ ਬਾਰਦਾਨਾ ਨਹੀਂ ਆਇਆ ਕਣਕਾਂ ਦੀ ਵਾਰੀ, ਜੇ ਹੁਣ ਖਰਬੂਜੇ ਦੀ ਦੁਹਾਣੇ ਦਾ ਸੀਜ਼ਨ ਆਇਆ ਤੇ ਉਦੋਂ ਹੀ ਲੋਕਡਾਊਨ ਲਾਤਾ। ਤੇ ਇਹ ਇੰਨਾ ਤਾਂ ਖਿਆਲ ਰੱਖਣਾ ਚਾਹੀਦਾ ਹੈ ਕਿ ਕਿਸਾਨ ਇਹ ਜਿਹੜਾ ਆਪਣਾ ਵਪਾਰੀ, ਇਹਦੇ ਵਿੱਚ ਵਪਾਰੀ ਵੀ ਮਰ ਗਿਆ, ਕਿਸਾਨ ਵੀ ਮਰ ਗਿਆ, ਤੇ ਉਹ ਜਿਹੜੇ ਲੋਕ ਜਿਹੜੇ ਵਿੱਚ ਦਲਾਲ ਕਹਿ ਲਓ ਜਾਂ ਸੌਦਾ ਕਰਾਉਣ ਵਾਲੇ ਆ, ਉਹ ਵੀ ਉਹਨਾਂ ਨੇ ਬੜੀਆਂ ਆਸਾਂ ਲੱਗੀਆਂ ਹੁੰਦੀਆਂ ਕਿ ਆਹ ਸੀਜ਼ਨ ਆਉਣਾ, ਅਸੀਂ ਵੀ 4 ਪੈਸੇ ਕਮਾਉਣੇ ਆ। ਕਿਸਾਨਾਂ ਦੇ ਨਾਲ ਨਾਲ ਉਹ ਵੀ ਮਰ ਗਿਆ ਵਿਚਾਰੇ। ਤੇ ਬਹੁਤ ਤਰਾਸਦੀ ਦੀ ਗੱਲ ਆ। ਵੈਸੇ ਜੇ ਹੁਣ ਤੁਸੀਂ ਠੇਕਾ ਵੀ ਦੇਣਾ ਹੋਵੇ ਤੇ ਮਹਿੰਗੀਆਂ ਦਵਾਈਆਂ ਆ, ਸਪਰੇਆਂ 7 ਤੋਂ 8 ਸਪਰੇਆਂ ਜਿਹੜੀਆਂ ਨਾਰਮਲ ਇਹਨੂੰ ਖਰਬੂਜੇ ਤੇ ਦਵਾਣੇ ਨੂੰ ਹੋ ਜਾਂਦੀਆਂ, ਔਰ ਇਹ ਮਹਿੰਗੀਆਂ ਬੜੀਆਂ ਵਾ। ਕਿੱਲੇ ਦੇ ਮਗਰ 2500 3000 ਦੀ ਦਵਾਈ ਜਿਹੜੀ ਆ ਤੁਸੀਂ ਕੁੱਲ ਮਿਲਾ ਕੇ ਇੱਕ ਹੋ ਜਾਂਦੀ ਆ। ਉਹਦੇ ਤੋਂ ਬਾਅਦ ਖਾਦਾਂ ਆ ਜਾਂਦੀਆਂ ਆ, ਪਾਣੀ ਜਿਹੜਾ ਆ ਤੀਜੇ ਦਿਨ ਉਹਨੂੰ ਪਾਣੀ ਦੇਣਾ ਪੈਣਾ ਆ। ਮਤਲਬ ਕਿਸਾਨ ਦੀ ਬਹੁਤ ਜ਼ਿਆਦਾ ਮਿਹਨਤ ਆ ਜਿਹੜੀ ਆ, ਉਹਨੂੰ ਆਪਣਾ ਮਿਹਨਤ ਕੀ ਮਿਲਣੀ ਆ, ਉਹਨੂੰ ਆਪਣੇ ਲਾਗਤ ਨਹੀਂ ਮਿਲ ਰਹੀ। ਤੇ ਵੀਰ ਜੀ ਇੱਕ ਚੀਜ਼ ਹੋਰ ਵੀ ਹੈ, ਜਿਵੇਂ ਮੀਂਹ ਜ਼ਿਆਦਾ ਪੈ ਜਾਵੇ ਤੇ ਅੰਦਰੋਂ ਜਿਹੜਾ ਇਹ ਕੁਝ ਹੈ ਵੀ ਮਿੱਠਾ ਘਟ ਜਾਂਦਾ ਇਹਦਾ, ਜਾਂ ਮੀਂਹ ਦੇ ਨਾਲ ਵੀ ਕੋਈ ਸੰਬੰਧ ਹੈਗਾ? ਬਿਲਕੁਲ ਜੀ, ਜਿਹੜਾ ਖਰਬੂਜਾ ਆ ਇਹ ਤੇ ਜਦੋਂ ਪਾਣੀ ਥੱਲੇ ਸਲਾਬੇ ਥੱਲੇ ਆ ਗਿਆ ਇਹਨੇ ਤਾਂ ਗਲ ਜਾਣਾ। ਹਦਵਾਣਾ ਕੁਛ ਟਾਈਮ ਕੱਢ ਜਾਂਦਾ ਆ, ਉਹ ਗਲਣ ਦਾ ਚਾਂਸ ਘੱਟ ਆ। ਪਰ ਜਿਵੇਂ ਹੁਣ ਮੀਂਹ ਦੇ ਨਾਲ ਵੇਲਾਂ ਬਹਿ ਗਈਆਂ, ਮਰ ਗਈਆਂ, ਹਦਵਾਣਾ ਬਾਹਰ ਆ ਗਿਆ, ਦੂਸਰੇ ਦਿਨ ਧੁੱਪ ਤੇਜ਼ ਪੈ ਜਾਂਦੀ ਆ, ਉਹਦਾ ਪੂਰਾ ਅਸਰ ਆ ਹਦਵਾਣੇ ਤੇ ਵੀ। ਉਹਦੀ ਅੰਦਰੋਂ ਮਿਠਾਸ ਵੀ ਘਟ ਜਾਂਦੀ ਆ, ਉਹ ਪੋਲਾ ਪੈ ਜਾਂਦਾ, ਤੇ ਫਿਰ ਉਹਨੂੰ ਵਪਾਰੀਆਂ ਨੂੰ ਤਾਂ ਸਾਰਾ ਹੀ ਪਤਾ ਹੁੰਦਾ ਵੀ ਇਹ ਹਦਵਾਣੇ ਦੀ ਪੋਜੀਸ਼ਨ ਕੀ ਆ। ਉਹ ਫਿਰ ਕਈ ਵਾਰੀ ਤਾਂ ਇਦਾਂ ਦੇ ਚਾਂਸ ਆ, ਸ਼ਾਇਦ ਐਤਕੀ ਵੀ ਇਦਾਂ ਦੇ ਆ ਕਿ ਉਹ ਵਾਹੁਣਾ ਪੈ ਰਿਹਾ। ਤੇ ਹਦਵਾਣੇ ਦਾ ਰੇਟ ਹੁਣ ਜਿਹੜਾ ਆ ਹਦਵਾਣੇ ਦਾ ਉਹ ਹੈਗਾ 3.5 ਰੁਪਏ, 2.5 ਰੁਪਏ ਤੋਂ 3.5 ਰੁਪਏ ਕਿਲੋ ਵਿਕਦਾ। ਤੇ ਇਹ ਖਰਬੂਜਾ ਜਿਹੜਾ ਉਹ 3 ਰੁਪਏ ਦੇ ਅੰਦਰ ਵਿਕਦਾ ਆ। ਤੇ ਉਹ ਜਿਹੜਾ ਵਿੱਚੋਂ ਤੁਸੀਂ ਜਿਹੜੇ ਲੇਬਰ ਦਾ ਖਰਚਾ 35 ਤੋਂ 40 ਜਿਹੜੇ ਰੁਪਈਏ ਕੁਇੰਟਲ ਦੇ ਉਹ ਲੇਬਰ ਨੇ ਲੈਣੇ ਆ। ਤੇ ਉਹਦੇ ਵਿੱਚ ਤੁਹਾਨੂੰ ਬਚਣ ਬਚਾਉਣ ਵਾਲੀ ਗੱਲ ਕੱਖ ਨਹੀਂ ਗੀ, ਮਤਲਬ ਘਾਟੇ ਦਾ ਸੌਦਾ ਆ। ਪਰ ਉਹ ਹੁਣ ਲੱਗੀ ਫਸਲ ਨੂੰ ਕਿਤੇ ਨਾ ਕਿਤੇ ਬਿੱਲੇ ਤਾਂ ਲਾਉਣਾ ਪਊਗਾ ਜੀ। ਜੇ ਆਪਾਂ ਖਰਬੂਜੇ ਦੀ ਗੱਲ ਕਰਦੇ ਆ ਤੇ ਇਹਨਾਂ ਦਿਨਾਂ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਜਿਹੜਾ ਹੈ ਮੰਨਿਆ ਜਾਂਦਾ ਵੀ ਹਰ ਇਨਸਾਨ ਜਿਹੜਾ ਦੂਰ ਦੂਰ ਤੱਕ ਜਾ ਕੇ ਇੱਥੋਂ ਖਰੀਦ ਕੇ ਲੈ ਕੇ ਜਾਂਦਾ, ਜਾਂ ਤੁਸੀਂ ਉਹਨਾਂ ਤੱਕ ਪਹੁੰਚਾਉਂਦੇ ਹੋ, ਜਾਂ ਉਹ ਇੱਥੋਂ ਆਪ ਆ ਕੇ ਤੁਹਾਡੇ ਕੋਲੋਂ ਲੈ ਕੇ ਜਾਂਦੇ? ਜੋ ਨਾ ਪਿਛਲੇ ਸਾਲਾਂ ਦੇ ਵਿੱਚ ਜਿੱਦਾਂ ਮੰਨ ਲਓ ਯੂਪੀ ਹੋ ਗਿਆ, ਫਿਰ ਆਪਣਾ ਮਹਾਰਾਸ਼ਟਰ ਤੱਕ ਜਿਹੜਾ ਇਹ ਚਲੇ ਗਿਆ ਪਿਛਲੇ ਸਾਲਾਂ 'ਚ। ਕਿਉਂ? ਵਪਾਰੀ ਜਿਹੜਾ ਸੀ ਲੋਕਡਾਊਨ ਨਹੀਂ ਸੀ ਹੁੰਦਾ, ਇੱਥੇ ਆ ਜਾਂਦਾ ਸੀ। ਜਿਹੜਾ ਕਪੂਰਥਲੇ ਦੀ ਮੰਡੀ ਏਸ਼ੀਆ ਦੇ ਵਿੱਚ ਸਭ ਤੋਂ ਵੱਡੀ ਮੰਡੀ ਮੰਨੀ ਗਈ ਆ ਖਰਬੂਜੇ ਤੇ ਹਦਵਾਣੇ ਦੇ ਵਿੱਚ, ਉਹ ਲੋਕਡਾਊਨ ਹੋਣ ਕਰਕੇ ਉਹ ਆਏ ਨਹੀਂ। ਹੁਣ ਉਹ ਜਿਹੜੇ ਵਪਾਰੀ ਇੱਥੇ ਬੈਠੇ ਉਹ ਵਿਚਾਰੇ ਆਪਣੇ ਰਿਸਕ ਦੇ ਉੱਤੇ ਲੈ ਕੇ ਭੇਜਦੇ, ਪਰ ਗਾੜੀ ਵੀ ਜਿਹੜੀ ਸਿਰਫ ਮੰਡੀ 2 ਘੰਟੇ ਦੀ ਖੁੱਲ੍ਹਦੀ ਆ। ਅਸੀਂ ਜਿੱਦਾਂ ਆਲੂ ਭੇਜਦੇ ਨਾ ਆਲ ਓਵਰ ਇੰਡੀਆ ਦੇ ਵਿੱਚ, ਤੇ ਮੈਂ ਹੁਣ ਫੋਨ ਕਰਦਾ ਰਹਿੰਦਾ ਡੇਲੀ। ਮੈਨੂੰ ਇਹ ਸੀਗਾ ਵੀ ਜਿੱਦਾਂ ਕਿਤੇ ਸ਼ੇਗੂਪੁਰ ਜਿਹੜੇ ਵਪਾਰੀ ਬੈਠੇ ਇਹ ਨਾ ਘਪਲਾ ਕਰਦੇ ਹੋਣ। ਫਿਰ ਮੈਂ ਮੰਡੀਆਂ ਦਾ ਪਤਾ ਕੀਤਾ, ਸਾਰੇ ਬਾਹਰ ਵੀ ਇਹੋ ਪੋਜੀਸ਼ਨ ਆ। ਜਿੱਦਾਂ ਸ਼੍ਰੀਨਗਰ ਕੱਲ੍ਹ ਘੱਟੋ ਘੱਟ ਨਹੀਂ ਤੇ ਮੇਰੇ 70-80 ਗੱਡੀਆਂ ਖੜੀਆਂ ਆ ਸ਼੍ਰੀਨਗਰ। ਉਹ ਕਹਿੰਦੇ ਸਿਰਫ 2 ਘੰਟੇ ਦੀ ਮੰਡੀ, 2 ਘੰਟੇ 'ਚ ਅਸੀਂ ਡਾਲਾ ਖੋਲ੍ਹਦੇ ਹਾਂ ਤੇ ਪੁਲਿਸ ਵਾਲੇ ਆ ਜਾਂਦੇ ਬੰਦ ਕਰਾਉਣ, ਵੀ 2 ਘੰਟੇ ਦੇ ਵਿੱਚ ਕੀ ਵੇਚਾਂਗੇ। ਇਸ ਕਰਕੇ ਲੋਕਡਾਊਨ ਹੋਣ ਦਾ ਕਰਕੇ ਨਾ ਇਹ ਇੱਕ ਪਾਸੇ ਤਾਂ ਗੌਰਮੈਂਟ ਕਹਿ ਰਹੀ ਆ ਵੀ ਅਸੀਂ ਫਰੂਟ ਨੂੰ, ਸਬਜ਼ੀ ਨੂੰ ਛੂਟ ਦਿੱਤੀ ਹੋਈ ਆ, ਪਰ ਦੁਕਾਨਾਂ ਵਾਲਿਆਂ ਨੂੰ ਦੁਕਾਨਾਂ ਜਿਹੜੀਆਂ ਨਹੀਂ ਖੋਲ੍ਹਣ ਦਿੰਦੇ, ਉਹ ਜੇ ਰੇਹੜੀਆਂ ਦੇ ਵਿਚਾਰੇ ਰੱਖ ਕੇ ਰੇਹੜੀਆਂ ਮੂੰਹਦੀਆਂ ਮਾਰ ਦਿੰਦੇ ਆ। ਆਹ ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਹੋਈਆਂ ਨੇ। ਤੇ ਇਸ ਕਰਕੇ ਉਹ ਵਪਾਰੀਆਂ ਨਾਲ ਮੇਰੀ ਹਮੇਸ਼ਾ ਡੇਲੀ ਸਵੇਰ ਨੂੰ ਸ਼ਾਮ ਨੂੰ ਮੈਂ ਗੱਲ ਕਰਦਾ ਵੀ ਸ਼ਾਇਦ ਬਾਜ਼ਾਰ ਆਉਣ ਵਾਲੇ ਦਿਨਾਂ 'ਚ ਸੁਧਰ ਜੂਗਾ। ਪਰ ਜਿਹੜੇ ਹਿਸਾਬ ਨਾਲ ਲੋਕਡਾਊਨ ਅੱਜ ਫੇਰ ਇਹਨਾਂ ਨੇ 31 ਮਈ ਤੱਕ ਕਰ ਦਿੱਤਾ ਆ, ਤੇ ਯੂਪੀ ਦੇ ਵਿੱਚ ਤਾਂ ਪੱਕਾ ਹੀ ਲੋਕਡਾਊਨ ਆ, ਮਹਾਰਾਸ਼ਟਰ ਵੀ ਲੋਕਡਾਊਨ ਆ। ਇਹ ਜਿਹੜਾ ਇੱਥੇ ਖਾ ਹੋ ਰਿਹਾ ਆ, ਵੈਸੇ ਲੱਗਾ ਵੀ ਘੱਟ ਸੀ, ਪਰ ਫੇਰ ਵੀ ਇੱਕ ਉੱਪਰੋਂ
ਰੱਬ ਦੀ ਕਰੋਪੀ ਆ ਵੀ ਆਉਣ ਵਾਲੇ ਜਿਹੜੇ ਅਗਲੇ ਆ 2 ਦਿਨ 3 ਦਿਨ ਤੋਂ ਬਾਅਦ ਫਿਰ 3 ਦਿਨ ਬਾਰਿਸ਼ ਆ ਤੇ ਇੱਕ ਉੱਤੋਂ ਲੋਕਡਾਊਨ। ਇਹਦੇ ਬਾਰਿਸ਼ ਹੋ ਗਈ ਤੇ ਉਦੋਂ ਇਹ ਸਾਰੀ ਕਹਾਣੀ ਜਿਹੜੀ ਖਤਮ ਹੋ ਜਾਣੀ ਹੈ ਖਰਬੂਜੇ। ਖਤਮ ਹੋ ਜਾਣੀ ਹੈ। ਜਿੱਦਾਂ ਹੁਣ ਤੁਸੀਂ ਵੀ ਦੇਖਦੇ ਹੋਣੇ ਆ ਵੇਲ ਵਿੱਚ ਪੀਲੀ ਪਈ ਹੋਈ ਆ, ਇਹ ਸਾਰੀ ਬਲੈਡ ਆ ਗਈ ਆ ਬਾਰਿਸ਼ ਦੇ ਨਾਲ, ਸਲਾਬਾ ਹੋਣ ਦਾ ਕਰਕੇ ਬਾਰਿਸ਼ ਆ ਗਈ ਆ। ਕਿਉਂ ਇਹਨੂੰ ਜਿਹੜਾ ਟੈਂਪਰੇਚਰ ਚਾਹੀਦਾ ਕੋਈ 35 ਤੋਂ 40 ਦੇ ਵਿੱਚ ਗਰਮੀ ਚਾਹੀਦੀ ਹੈ ਤੇ ਗਰਮੀ ਆਈ ਨਹੀਂ। ਕਿੰਨੇ ਮਹੀਨੇ ਦੀ ਇਹ ਖੇਤੀ ਹੈਗੀ ਆ ਸਾਰੀ, ਬੀਜ ਬੀਜਣ ਤੋਂ ਲੈ ਕੇ ਤੋੜਨ ਤੱਕ ਦੀ ਜੇ ਆਪਾਂ ਗੱਲ ਕਰੀਏ? ਇਹ ਕੋਈ ਲਗਭਗ 3.5 ਮਹੀਨੇ ਦੀ ਖੇਤੀ ਆ। ਉਹਨਾਂ ਚੀਜ਼ਾਂ ਦੀ, ਹਦਵਾਣੇ ਦੀ ਤੇ ਖਰਬੂਜੇ ਦੀ? ਹਾਂ ਸੇਮ ਹੀ ਆ, ਸੇਮ ਹੀ। ਇੰਨਾ ਕੁ ਟਾਈਮ ਉਹਨੂੰ ਲੱਗਦਾ, ਉਨਾ ਕੁ ਟਾਈਮ ਇਹਨੂੰ ਲੱਗਦਾ। ਇਹ ਜਿੱਦਾਂ ਮੰਨ ਲਓ ਇਹਦੇ ਤੇ ਆਸ ਹੁੰਦੀ ਆ ਵੀ ਇੱਕ ਫਸਲ ਦਾ ਜਿੱਦਾਂ ਮੰਨ ਲਓ ਠੇਕਾ ਨਿਕਲ ਜਾਂਦਾ ਝੋਨੇ ਤੋਂ, ਤੇ ਜਿੱਦਾਂ ਆਲੂ ਲਾਉਨੇ ਆ, ਆਲੂਆਂ ਦੇ ਵੀ ਖਰਚਾ ਮਿਲੂ ਕੇ ਤੇ ਇਹ ਫਸਲ ਲਾਸਟ ਹੁੰਦੀ ਆ ਜ਼ਿਮੀਂਦਾਰ ਦੇ ਕੋਲ ਵੀ ਸ਼ਾਇਦ ਇਹਦੇ ਵਿੱਚੋਂ ਸਾਨੂੰ ਕੁਝ ਪ੍ਰੋਫਿਟ ਆ ਜਾਊਗਾ ਜਿਹੜੇ ਠੇਕੇ ਤੇ ਜ਼ਮੀਨਾਂ ਵਾਹੁੰਦੇ। ਪਰ ਮੈਨੂੰ ਨਹੀਂ ਲੱਗਦਾ ਐਤਕੀ ਕੋਈ 15-20 ਹਜ਼ਾਰ ਰੁਪਈਆ ਪੱਲਿਓਂ ਪਾ ਕੇ ਜਾਨ ਛਡਾਉਣੀ ਪੈਣੀ ਆ, ਵੀ ਕੋਲੋਂ ਦੇਣੇ ਪੈਣੇ ਪੈਸੇ। ਇੱਕ ਚੀਜ਼ ਬੜੀ ਚੱਲਦੀ ਹੈ, ਜਿਹੜੀਆਂ ਸਬਜ਼ੀਆਂ ਵੀ ਹੁੰਦੀਆਂ ਨੇ ਜਾਂ ਜਿਹੜੀਆਂ ਇਦਾਂ ਦੇ ਫਰੂਟ ਵੀ ਹੁੰਦੇ ਨੇ, ਹਨਾ, ਤੁਸੀਂ ਜਾ ਕੇ ਮੰਡੀਕਰਨ ਕਰਦੇ ਹੋ, ਤੁਸੀਂ ਜਾ ਕੇ ਦੇ ਕੇ ਆਉਂਦੇ ਹੋ। ਇੰਜ ਨਹੀਂ ਹੋ ਸਕਦਾ ਵੀ ਜਿਵੇਂ ਤੁਹਾਡੇ ਤੋਂ ਤੁਸੀਂ ਕਹਿੰਦੇ ਹੋ ਵੀ 3 ਰੁਪਏ ਕਿਲੋ ਲੈਂਦੇ ਨੇ, 7 ਤੋਂ 5 ਰੁਪਏ ਕਿਲੋ ਲੈਂਦੇ ਨੇ, ਅੱਗੇ ਉਹ 20-20 ਰੁਪਏ ਕਿਲੋ ਵੀ ਵੇਚਦੇ ਆਪਾਂ ਨੇ ਦੇਖੇ ਨੇ, ਹਨਾ। ਇੰਜ ਨਹੀਂ ਕੋਈ ਸਿਸਟਮ ਬਣ ਸਕਦਾ ਵੀ ਕਿਸਾਨ ਆਪ ਜਿਹੜਾ ਜਾ ਕੇ ਵੇਚੇ, ਫਿਰ ਉਹਨੂੰ ਜ਼ਿਆਦਾ ਪ੍ਰੋਫਿਟ ਨਹੀਂ ਹੋ ਸਕਦਾ? ਨਹੀਂ, ਇਹ ਪ੍ਰੋਫਿਟ ਤਾਂ ਕਿਸਾਨ ਨੂੰ ਹੋ ਸਕਦੀ ਆ, ਪਰ ਜਿਹੜਾ ਉਪਜ ਕਰਨ ਵਾਲਾ ਬੰਦਾ ਆ, ਪੈਦਾਵਾਰ ਕਰਨ ਵਾਲਾ ਬੰਦਾ ਆ, ਉਹ ਦੁਕਾਨਦਾਰੀ ਨਹੀਂ ਕਰ ਸਕਦਾ। ਉਹਦੀ ਬਹੁਤ ਵੱਡੀ, ਉਹ ਇੱਧਰ ਟਾਈਮ ਦਊਗਾ ਜਾਂ ਉੱਧਰ ਟਾਈਮ ਦਊਗਾ, ਇਸ ਕਰਕੇ ਉਹਦੇ ਵਾਸਤੇ ਉਹ ਤਾਂ ਪੈਦਾਵਾਰ ਕਰਕੇ ਦਊਗਾ। ਇਹ ਤਾਂ ਨੀਤੀਆਂ ਮਾੜੀਆਂ ਕਿ ਸਾਡੇ ਕੋਲੋਂ 3 ਰੁਪਈਏ ਲੈ ਕੇ ਰੇਹੜੀ 5 ਰੁਪਈਏ ਆ, ਤੇ ਇਹ ਵਿਚਲੇ ਜਿਹੜੇ ਬੰਦੇ ਆ ਉਹ ਸਾਰਾ ਕਪੜਾ ਉਹੀ ਕਰ ਰਿਹਾ ਆ। ਇਹ ਤਾਂ ਨੀਤੀਆਂ ਬਦਲਣ ਦੀ ਲੋੜ ਆ ਕਿ ਕਿਸਾਨ ਦੀ ਇਹ ਪੱਕਾ ਰੇਟ ਹੋਵੇ ਵੀ ਇੰਨੇ ਰੁਪਏ ਇਹ ਵਿਕਣਾ ਤੇ ਇੰਨੇ ਰੁਪਏ ਇਹਨਾਂ ਨੇ ਮਾਰਜਨ ਰੱਖ ਕੇ ਵੇਚਣਾ, ਤੇ ਉਹ ਦੋਨਾਂ ਪਾਸੇ ਘਾਟਾ ਨਾ ਹੋਵੇ। ਤੇ ਕਿਸਾਨ ਕੋਲੋਂ ਲੈ ਜਾਂਦੇ ਫਰੀ ਵਾਂਗੂ ਆ ਕੇ। ਦੁੱਖ ਦੀ ਗੱਲ ਉਦੋਂ ਵੀ ਬਹੁਤ ਹੁੰਦੀ ਆ ਕਿ ਕਿਸਾਨ ਇਹਨੂੰ ਪੁੱਤਰਾਂ ਵਾਂਗੂ ਪਾਲਦਾ ਆ, ਤਕਾਲਾਂ ਸਵੇਰੇ ਦੇ ਵਿੱਚ ਰਹਿੰਦਾ, ਕਿਤੇ ਇਹਨੂੰ ਸੁੰਡੀ ਤੇ ਨਹੀਂ ਲੱਗ ਗਈ, ਕਿਤੇ ਕੋਈ ਬਿਮਾਰੀ ਤੇ ਨਹੀਂ ਆ ਗਈ। ਜਦੋਂ ਬਿਮਾਰੀ ਲੱਗਦੀ ਨਾਲ ਹੀ ਦਵਾਈਆਂ ਨੂੰ ਭੱਜਦਾ। ਇਹ ਜਿਵੇਂ ਫਰੂਟ ਹੁੰਦੇ ਨੇ, ਇਹਨਾਂ ਤੇ ਤਾਂ ਮਿਹਨਤ ਵੀ ਬਹੁਤ ਜ਼ਿਆਦਾ ਕਰਨੀ ਪੈਂਦੀ, ਜ਼ਿਆਦਾ ਮਿਹਨਤ ਆਉਂਦੀ ਆ। ਤੇ ਵਪਾਰੀ ਜਦੋਂ ਖੇਤ 'ਚ ਵੜਦਾ, ਉਹ ਡੰਗਰਾਂ ਦੇ ਵਪਾਰੀਆਂ ਵਾਂਗੂ 20 ਨੁਕਸ ਕੱਢਦਾ। ਇਹ ਇਦਾਂ ਹੋ ਗਿਆ, ਇਹਦਾ ਉੱਦਾਂ ਹੋ ਗਿਆ, ਉੱਦਾਂ ਹੋ ਗਿਆ। ਤੇ ਇੱਕ ਤਾਂ ਚੀਜ਼ ਦਾ ਮੁੱਲ ਨਹੀਂ ਮਿਲਣਾ, ਤੇ ਦੂਜਾ ਉਹ ਤੁਹਾਡੀ ਮਿਹਨਤ ਨੂੰ ਉਹਨਾਂ ਨੇ ਆ ਕੇ ਨਿੰਦੀ ਜਾਣਾ। ਇਹ ਬਹੁਤ ਵੱਡੀ ਗੱਲ ਹੈ। ਇਹ ਵਿੱਚੋਂ ਨਿਕਲਣੇ ਚਾਹੀਦੇ ਆ, ਕਿਸਾਨ ਸਿੱਧਾ ਆਪਣੀ ਫਸਲ ਵੇਚੇ। ਜਿਵੇਂ ਤੁਸੀਂ ਇਸ ਵਾਰ ਕਿਹਾ ਵੀ ਕਾਫੀ ਜ਼ਿਆਦਾ ਘਾਟਾ ਪੈ ਗਿਆ, 15,000 ਦੀ ਤੁਸੀਂ ਉਦਾਹਰਨ ਦਿੱਤੀ ਆ ਪਰ ਕਿੱਲਾ, ਵੀ ਕਿਸਾਨ ਨੂੰ ਘਾਟਾ ਪੈ ਰਿਹਾ। ਪ੍ਰੋਫਿਟ ਕਿੰਨਾ ਕੁ ਹੋ ਜਾਂਦਾ ਜੇ ਆਪਾਂ ਪਿਛਲੇ ਸਾਲਾਂ ਦੇ ਪ੍ਰੋਫਿਟ ਦੀ ਗੱਲ ਕਰੀਏ 1 ਕਿੱਲੇ ਦੀ? ਜਿਵੇਂ ਪਿੱਛੇ ਕੱਲ੍ਹ ਹੀ ਮੈਨੂੰ ਇੱਕ ਕਿਸਾਨ ਜਿਹੜਾ 35 ਕੁ ਸਾਲ ਤੋਂ ਖੇਤੀ ਕਰਦਾ, ਉਹ ਕਹਿੰਦਾ ਜਦੋਂ ਮੈਂ 35 ਸਾਲ ਪਹਿਲਾਂ ਖਰਬੂਜਾ ਲਾਉਂਦਾ ਸੀ ਤੇ 4000 ਠੇਕਾ ਸੀ ਜ਼ਮੀਨ ਦਾ, ਤੇ ਉਦੋਂ ਡੀਜ਼ਲ ਦਾ ਰੇਟ ਕੋਈ 15 ਤੋਂ 20 ਰੁਪਏ ਸੀ। ਜਿਹੜੀ ਲੇਬਰ ਆ ਅੱਜ 35 ਤੋਂ 40 ਲੈਂਦੀ ਆ, ਉਹ 5 ਤੋਂ 7 ਰੁਪਏ ਲੈਂਦੀ ਸੀ। ਤੇ ਖਰਬੂਜੇ ਦੀ ਜਿਹੜੀ ਪ੍ਰੋਡਕਸ਼ਨ ਆ, ਉਹ ਪੈਦਾਵਾਰ ਆ, ਉਹ ਉਨੀ ਹੁੰਦੀ ਸੀ। ਉਦੋਂ ਕਮਾਈ ਸੀ। ਜੇ ਅੱਜ ਦੇ ਦਿਨਾਂ 'ਚ ਲਾਈਏ ਤਾਂ ਕੋਈ ਕਮਾਈ ਨਹੀਂ ਗੀ। ਇਹ ਰਿਸਕ ਆ, ਇਹਦੇ ਵਿੱਚ ਇਹ ਦੇ ਜਵੇ ਤਾਂ ਥੋੜ੍ਹੇ ਬਹੁਤੇ ਦੇ ਜਵੇ, ਜੇ ਰਿਸਕ ਬਹੁਤ ਆ ਇਹਦੇ ਵਿੱਚ। ਇਹ ਇੱਕ ਫਸਲ ਇਦਾਂ ਦੀ ਆ ਜਿਹਨੂੰ ਸਟੋਰ ਨਹੀਂ ਕਰ ਸਕਦੇ ਤੁਸੀਂ। ਕਈ ਵਾਰੀ ਆਲੂ ਨਹੀਂ ਵਿਕਦਾ ਨਾ, ਤਾਂ ਜ਼ਿਮੀਂਦਾਰ ਉਹਨੂੰ ਸਟੋਰ ਕਰ ਲੈਂਦਾ ਵੀ ਚਲੋ ਬਾਅਦ ਵਿੱਚ ਵੇਚ ਦਿਆਂਗੇ। ਇਹ ਤਾਂ 4 ਦਿਨ ਓਵਰ ਹੋ ਜਾਂਦੀ ਆ ਤੇ ਇਹ ਆਪਣਾ ਰੰਗ ਬਦਲਣਾ ਸ਼ੁਰੂ ਕਰ ਦਿੰਦੀ ਆ। ਉਹ ਸਾਰੇ ਦਾ ਸਾਰਾ ਤੁਸੀਂ ਕਈ ਵਾਰੀ ਦੇਖਿਆ ਹੋਣਾ ਕਿ ਜ਼ਿਮੀਂਦਾਰ ਸਾਰੇ ਦਾ ਸਾਰੇ ਖੇਤ ਵਾਹੁੰਦਾ। ਇਹ ਪ੍ਰੋਫਿਟ ਇਹਨਾਂ ਦਿਨਾਂ 'ਚ, ਇਹਨਾਂ ਸਾਲਾਂ 'ਚ ਮੈਂ ਕਹਿ ਲੂੰਗਾ ਵੀ ਕੋਈ ਤਾਂ ਪ੍ਰੋਫਿਟ ਹੈ ਨਹੀਂ। ਪਹਿਲਾਂ ਇਹਨਾਂ 'ਚ ਪ੍ਰੋਫਿਟਾਂ ਸੀਗੀਆਂ, ਤੇ ਜ਼ਿਮੀਂਦਾਰ ਤੋਂ ਹੋਰ ਕੋਈ ਹੱਲ ਹੈ ਨਹੀਂ। ਜਦੋਂ ਆਲੂ ਲਾਉਂਦਾ, ਉਸ ਤੋਂ ਬਾਅਦ ਕਿਹੜੀ ਫਸਲ ਲਵੇ, ਜਾਂ ਤਾਂ ਜ਼ਮੀਨ ਉਹ ਪਈ ਰੱਖੇ, ਤੇ ਉਸ ਤੋਂ ਬਾਅਦ ਝੋਨੇ 'ਚ ਉਹ ਤੋਂ 4 ਮਹੀਨੇ ਹੁੰਦੇ ਆ। ਤੇ ਇਸ ਕਰਕੇ ਉਹਨੂੰ ਕੁਛ ਨਾ ਕੁਛ ਕਰਦੇ ਰਹਿਣਾ, ਕਿਉਂਕਿ ਸੰਦ ਬਣਾਏ ਸਾਰੇ, ਟਰੈਕਟਰ ਟਰੂਕਟਰ ਲਏ ਹੋਏ ਆ, ਹੋਰ ਇਹਨੂੰ ਲਾਉਣ ਵਾਲੇ ਜਿਹੜੀਆਂ ਸਾਰੀ ਮਸ਼ੀਨਰੀ ਤਿਆਰ ਕੀਤੀ ਆ। ਉਹ ਫਿਰ ਰਿਸਕ ਤਾਂ ਉਹ ਫੇਰ ਲੈ ਲੈਂਦਾ ਵੀ ਚਲ ਕੋਈ ਨਾ, ਐਤਕੀ ਸ਼ਾਇਦ ਬਣ ਜੂ, ਐਤਕੀ ਸ਼ਾਇਦ ਬਣ ਜੂ, ਬਸ ਇਹੋ ਹੀ। ਵੀਰ ਜੀ, ਜਿਵੇਂ ਲੋਕ ਕਹਿੰਦੇ ਨੇ ਵੀ ਸਪਰੇਆਂ ਬਹੁਤ ਜ਼ਿਆਦਾ ਹੋ ਰਹੀਆਂ, ਸਬਜ਼ੀ ਤੇ ਸਪਰੇਆਂ ਹੋ ਰਹੀਆਂ ਨੇ, ਜਿਵੇਂ ਹਦਵਾਣਾ ਹੋ ਗਿਆ, ਖਰਬੂਜਾ ਹੋ ਗਿਆ, ਇਹ ਤੇ ਵੀ ਬਹੁਤ ਜ਼ਿਆਦਾ ਸਪਰੇਅ ਹੁੰਦੀ ਆ। ਸਰ ਨਹੀਂ ਸਕਦਾ ਸਪਰੇਅ ਤੋਂ ਬਿਨਾਂ? ਸਪਰੇਅ ਤੋਂ ਬਿਨਾਂ ਨਹੀਂ ਸਰਦਾ, ਸਪਰੇਅ ਨੂੰ ਕਰਨੀ ਪੈਂਦੀ ਆ। ਸਪਰੇਅ ਇਸ ਕਰਕੇ ਕਰਨੀ ਪੈਂਦੀ ਆ ਵੀ ਤੁਹਾਨੂੰ ਮੈਂ ਗੱਲ ਦੱਸ ਦਿੰਦਾ। ਹੁਣ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਥੋੜ੍ਹਾ ਜਿਹਾ ਲਾਗੇ ਆ ਕੇ ਕੈਮਰਾ ਮਾਰੇ, ਆਹ ਦੇਖੇ ਕਿੱਦਾਂ ਵੀ ਆਹ ਸੁੰਡੀਆਂ ਦਾ ਬੂਟਾ ਜਿਹੜਾ ਦੇਖੋ ਭਰਿਆ ਪਿਆ ਆ। ਇਹ ਸਾਰੀਆਂ ਖਰਬੂਜੇ ਦੇ ਉੱਤੇ ਚੱਲ ਜਾਣਗੀਆਂ। ਇਹ ਜਿੰਨੀਆਂ ਸੁੰਡੀਆਂ ਆ ਜਿਹੜੇ ਵਿੱਚ ਪੱਤਿਆਂ ਦੇ ਛੇਕ ਆ, ਇਹ ਸਾਰੇ ਸੁੰਡੀਆਂ ਦੇ ਕੀਤੇ ਹੋਏ ਆ। ਜੇ ਦਵਾਈ ਨਹੀਂ ਪਾਓਗੇ ਤੇ ਫਰੂਟ ਦੇ ਅੰਦਰ ਸੁੰਡੀ ਚੱਲ ਜਾਂਦੀ ਹੈ। ਇਹ ਦਵਾਈ ਜਿਹੜੀ ਪਾਉਣੀ ਪੈਂਦੀ ਆ, ਦਵਾਈ ਤੋਂ ਬਿਨਾਂ ਇਹ ਫਸਲ ਹੁੰਦੀ ਨਹੀਂ। ਜਿਵੇਂ ਤੁਹਾਡਾ ਇਲਾਕਾ ਮੈਂ ਪਹਿਲਾਂ ਵੀ ਕਿਹਾ ਵੀ ਗੜ੍ਹ ਮੰਨਿਆ ਜਾਂਦਾ ਹੈ ਨਾ, ਬੜੀ ਦੂਰ ਦੂਰ ਤੱਕ ਜਾ ਕੇ ਜਿਹੜਾ ਇਹਦਾ ਮੰਡੀਕਰਨ ਵੀ ਹੁੰਦਾ, ਲੈ ਕੇ ਤੁਸੀਂ ਕਿਹਾ ਵੀ ਹਰਿਆਣੇ 'ਚ ਵੀ ਲੋਕ ਲੈ ਕੇ ਜਾਂਦੇ ਨੇ, ਪਰ ਇਸ ਵਾਰ ਲੋਕਡਾਊਨ ਹੋਣ ਕਰਕੇ ਜਿਹੜਾ ਉਹ ਘਾਟੇ 'ਚ ਰਿਹਾ ਇਹ ਕੰਮ।
ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਥੋਂ ਫਿਰ ਇਹ ਇਲਾਕਾ ਹਟ ਜਾਏਗਾ? ਲੱਗਦਾ ਹੈ ਕੁਛ ਵੀ ਇਹਨੂੰ ਪਰੇ ਜਦ ਕੁਛ ਬਚਦਾ ਹੀ ਨਹੀਂ, ਕੋਈ ਹੋਰ ਸਿਸਟਮ ਸ਼ੁਰੂ ਹੋਏਗਾ? ਸਿਸਟਮ ਇਹ ਆ ਜਿੱਦਾਂ ਹੁਣ ਪਿਛਲੇ ਸਾਲਾਂ 'ਚ ਤੁਸੀਂ ਦੇਖਿਆ ਹੋਣਾ, ਇਹਦੇ ਤੋਂ ਕਿਸਾਨ ਹਟ ਕੇ ਕੋਈ ਐਤਕੀ 20% ਲੱਗਾ, 80% ਮੱਕੀ ਆ। ਮੱਕੀ ਦੀ ਖੇਤੀ ਹੋਈ ਆ, ਪਰ ਮੱਕੀ ਵੀ ਰੁੱਲ ਜਾਂਦੀ ਆ। ਹੁਣ ਜਿਹੜੀ ਮੱਕੀ ਜਦੋਂ ਆ ਸੀਜ਼ਨ ਸ਼ੁਰੂ ਹੋਣਾ ਉਦੋਂ 6 ਤੋਂ ਲੈ ਕੇ 700 ਰੁਪਏ ਨੂੰ ਮੱਕੀ ਵਿਕਣੀ ਆ, ਤੇ ਉਹੋ ਹੀ ਜਿਹੜਾ ਮੱਕੀ ਦਾ ਆਟਾ ਜਦੋਂ ਮੁੱਲਾਂ ਦੇ ਵਿੱਚ ਜਾਣਾ ਆ ਤੇ ਫਿਰ ਵੱਧ ਜਾਂਦਾ ਰੇਟ। ਅਚਾਰ ਵੀ ਪਾਉਂਦੇ ਨੇ ਮੱਕੀ ਦਾ, ਤਾਂ ਅਚਾਰ ਪਾਇਆ ਜਾ ਸਕਦਾ। ਹਾਂ ਅਚਾਰ ਪਾਉਂਦੇ, ਪਰ ਕਿੰਨਾ ਕੁ ਅਚਾਰ ਪਾ ਲਾਂਗੇ? ਚਾਰ ਤੇ ਹੁਣ ਜਿਹੜੇ ਡੈਰੀਆਂ ਵਾਲੇ ਆ, ਦੁੱਧ ਦਾ ਰੇਟ ਨਾ ਹੋਣ ਕਰਕੇ ਡੈਰੀਆਂ ਵੱਡੀਆਂ ਵੱਡੀਆਂ ਫੇਲ ਹੋ ਗਈਆਂ, ਤੇ ਜਿਹੜਾ ਹੁਣ ਛੋਟਾ ਜ਼ਿਮੀਂਦਾਰ ਉਹ ਆਪਦੇ ਵਾਸਤੇ 2-2 4-4 5-5 ਕਿੱਲੇ ਦਾ ਚਾਰ ਪਾ ਲੂ, ਤੇ ਇੰਨੀ ਮੱਕੀ ਆ ਉਹਦਾ ਚਾਰ ਪਾਉਣਾ ਵੀ ਔਖਾ ਹੋ ਜਾਂਦਾ। ਇਹਨੂੰ ਛੱਡ ਵੀ ਨਹੀਂ ਸਕਦਾ ਤੇ ਇਹਨੂੰ ਰੱਖ ਵੀ ਨਹੀਂ ਸਕਦਾ। ਜਿੱਦਾਂ ਕਹਿੰਦੇ ਵੀ ਮਰੇ ਨੂੰ ਅੱਕ ਚੱਬਣਾ ਪੈਂਦਾ, ਕਿਉਂ ਠੇਕੇ ਜ਼ਿਆਦਾ ਆ। ਜੇ ਆਪਾਂ 2 ਫਸਲਾਂ ਰੱਖਾਂਗੇ ਤਾਂ 2 ਫਸਲਾਂ ਨਾਲ ਠੇਕਾ ਪੂਰਾ ਨਹੀਂ ਹੋਣਾ। ਠੇਕਾ ਜਿਹੜਾ ਸਾਡੇ ਇਸ ਵਾਰ ਹੋ ਗਿਆ 50 ਤੋਂ ਲੈ ਕੇ 60,000 ਰੁਪਈਆ ਠੇਕਾ ਜਿਹੜਾ ਹੋ ਗਿਆ। ਫਿਰ ਸਾਡੇ ਇਹ ਆ ਵੀ 1-2 ਦੇ ਉੱਪਰ ਦੀ ਜਾਂਦੇ ਆ ਵੀ ਥੋੜਾ ਜਿਹਾ ਕੰਟਰੋਲ ਰੱਖਣ ਆਪੇ। ਜਿਹੜੀ ਜ਼ਮੀਨ ਕਿਸਾਨਾਂ ਦੀ ਵੀ ਥੋੜੀ ਜੀ ਘਾਟ ਹੈਗੀ ਆ ਇਹ, ਵੀ ਜਦੋਂ ਇੱਕ 45 ਨੂੰ ਤੇ ਦੂਜਾ 50 ਨੂੰ, ਤੀਜਾ 55 ਨੂੰ ਲੈਣ ਨੂੰ 60 ਨੂੰ, ਹਨਾ ਇਦਾਂ ਵੱਧਦਾ ਜਾ ਰਿਹਾ ਸਿਸਟਮ। ਸੰਗਰੂਰ ਇਲਾਕੇ ਦੇ ਵਿੱਚ 65,000 ਰੁਪਇਆ ਹੋਇਆ ਪਿਆ। ਹਾਂ 65,000 ਰੁਪਈਆ ਇਹ ਤੇ ਜਾਣੀ ਕਿ ਜਦੋਂ ਕਿ ਮੈਂ ਆਪਣੀ ਸੁਰਤ 95-96 ਦੇ ਵਿੱਚ ਮੈਂ ਪੜ੍ਹਾਈ ਜਦੋਂ ਛੱਡਤੀ, ਤੇ ਉਦੋਂ ਜਿਹੜਾ ਇੱਥੋਂ ਜਦੋਂ ਅਸੀਂ ਅੰਮ੍ਰਿਤਸਰ ਇੱਕ ਆਲੂ ਰੱਖ ਕੇ ਆਉਂਦੇ ਹੁੰਦੇ 800 ਰੁਪਏ ਨਾਲ ਡੀਜ਼ਲ ਦੀ ਟੈਂਕੀ ਭਰਾ ਕੇ ਸਟੋਰ ਰੱਖ ਕੇ ਆ ਜਾਂਦੇ ਸੀਗੇ। ਤੇ ਹੁਣ ਕੱਲ ਬੇਟਾ ਮੇਰਾ ਹਿਸਾਬ ਲਾਉਂਦਾ, ਕਹਿੰਦਾ ਡੈਡੀ ਇਹ 7,000 ਦਾ ਡੀਜ਼ਲ ਪੈਣਾ ਟਰੈਕਟਰ ਉਸੇ ਦੇ ਵਿੱਚ ਹੀ। ਆਹ ਕੋਈ ਬਾਹਲਾ ਚਿਰ ਨਹੀਂ ਹੋਇਆ, ਕੋਈ ਆ 20 ਕੁ ਸਾਲਾਂ ਦੇ ਵਿੱਚ ਹੀ ਜਿਹੜਾ ਸਾਰਾ ਬਦਲਾਅ ਆ ਗਿਆ। ਠੇਕਾ ਜਿਹੜਾ ਸਿੱਧਾ 7,000 ਤੋਂ 60,000 ਚਲੇ ਗਿਆ, ਤੇ ਡੀਜ਼ਲ ਜਿਹੜਾ ਮੰਨ ਲਓ 15-14 ਰੁਪਏ ਸੀਗਾ ਉਹ 86 ਰੁਪਏ ਹੋ ਗਿਆ। ਖਰਚੇ ਜ਼ਿਆਦਾ ਵੱਧ ਗਏ ਨੇ ਤੇ ਪ੍ਰੋਫਿਟ ਜਿਹੜਾ ਹੈਗਾ ਉਹ ਘੱਟ ਹੈਗਾ। ਹੁਣ ਆ ਜਿੱਦਾਂ ਮੰਨ ਲਓ ਲੋਕਾਂ ਨੂੰ ਦੋ ਚੀਜ਼ਾਂ ਦਿੰਦੀਆਂ, ਪੈਟਰੋਲ ਤੇ ਡੀਜ਼ਲ। ਜਿਹੜਾ ਹੁਣ ਖਾਣ ਪੀਣ ਵਾਲਾ ਜਿੱਦਾਂ ਮੰਨ ਲਓ ਸਰੋਂ ਦਾ ਤੇਲ ਆ, ਉਹ ਸਿੱਧਾ ਹੀ ਮੰਨ ਲਓ 60-70 ਰੁਪਏ ਦੀ ਬੋਤਲ ਦੀ ਉਹ ਸਿੱਧਾ ਹੀ 160 ਰੁਪਏ ਦੀ ਬੋਤਲ ਚਲੇ ਗਈ। ਉਹ 100 ਰੁਪਈਆ ਕਿਸੇ ਨੂੰ ਦਿਸਿਆ ਹੀ ਨਹੀਂ ਵੀ ਉਹ ਅੰਦਰ ਕਦੀ ਉੱਦਾਂ ਹੀ ਵੱਧ ਗਿਆ ਵੀ 100 ਰੁਪਈਆ। ਫਿਰ ਆ ਧਰਨੇ ਤੇ ਬੈਠਿਆਂ ਸਿੱਧਾ ਹੀ 700 ਰੁਪਈਆ ਬੋਰੀ ਦਾ ਜਿਹੜਾ DAP 1200 ਨੂੰ ਸੀ ਤੇ 1900 ਨੂੰ DAP ਹੋ ਗਈ। ਤੇ ਜੇ ਹਜੇ ਵੀ ਨਾ ਲੋਕ ਜਿਹੜੇ ਸੁਧਰੇ ਤੇ ਇਹ ਮੈਂ ਕਹਿੰਦਾ ਵੀ ਜ਼ਮੀਨਾਂ ਜਿਹੜੀਆਂ ਪਈਆਂ ਰਹਿ ਜਾਣਗੀਆਂ। ਇਸ ਕਰਕੇ ਜਿੰਨੇ ਵੀ ਆਪਣੇ ਲਾਗੇ ਦੇ ਜਾਂ ਜ਼ਿਮੀਂਦਾਰ ਜਿੰਨੇ ਆਪਣੇ ਪੰਜਾਬ ਦੇ ਹੈਗੇ, ਜੋ ਹਰਿਆਣੇ ਵਾਲਿਆਂ ਦਾ ਇਕੱਠ ਆ, ਇੱਕ ਵਾਰੀ ਫਿਰ ਹੰਬਲਾ ਮਾਰ ਕੇ ਜਿਹੜਾ ਮੋਦੀ ਨੂੰ ਦਿਖਾਉਣਾ ਚਾਹੀਦਾ ਵੀ ਇਕੱਠੇ ਹੋ ਕੇ ਦਿੱਲੀ ਦੇ ਵਿੱਚ ਕੂਚ ਕਰੀਏ, ਤੇ ਜਿਹੜਾ ਉਹਦੇ ਕੰਨ ਤੇ ਮਾੜੀ ਮੋਟੀ ਜੂੰ ਸਰ ਕੇ ਜਿਹੜਾ ਜ਼ਿਮੀਂਦਾਰਾਂ ਦੀ ਬਾਂਹ ਫੜੀ ਜਾਵੇ। ਨਹੀਂ ਤੇ ਕਿਸਾਨ ਜਿਹੜਾ ਆ ਅੱਜ ਵੀ ਡੁੱਬਿਆ ਤਾਂ ਕੱਲ੍ਹ ਨੂੰ ਹੀ ਡੁੱਬਿਆ। ਜੀ MSP ਦੀਆਂ ਜਿਹੜੀਆਂ ਉਹ ਕੇਵਲ ਗੱਲਾਂ ਹੀ ਰਹਿ ਗਈਆਂ ਨੇ ਸਰਕਾਰ ਦੇ ਵੱਲੋਂ। ਜਿਹਦੇ ਵੀ ਨਾ ਵੀ ਅਸੀਂ ਕਿਸਾਨ ਦੇ ਨਾਲ ਗੱਲ ਕਰਨੇ ਆ ਉਹ ਇਹੀ ਕਹਿੰਦਾ ਵੀ ਇੱਕ ਗੱਲਾਂ ਨੇ ਸਿਰਫ MSP ਦੀਆਂ। ਕਾਲੇ ਕਾਨੂੰਨ ਨੇ ਜਿਹੜੇ ਉਹ ਤੁਹਾਡੇ ਸਾਹਮਣੇ ਆ ਦ੍ਰਿਸ਼ ਦਿਖਾਉਣਾ ਉਹਨਾਂ ਨੇ ਸ਼ੁਰੂ ਕਰਤਾ। ਕੱਲ ਅਸੀਂ ਇੱਕ ਇੰਟਰਵਿਊ ਲਈ ਸੀ, ਰਿਲਾਇੰਸ ਕੰਪਨੀ ਦੇ ਵੀਰਾਂ ਨੇ ਗੱਲ ਕੀਤੀ, ਕਹਿੰਦੇ ਵੀ ਆਉਣੇ ਸ਼ੁਰੂ ਹੋ ਗਏ ਨੇ ਉਹ ਇੱਥੇ। ਉਹ ਸਾਡੇ ਤੋਂ ਆਇਡੈਂਟੀ ਕਾਰਡ ਮੰਗਦੇ ਨੇ ਬਕਾਇਦਾ, ਉਹ ਬਕਾਇਦਾ ਸਾਡੇ ਤੋਂ ਪ੍ਰੂਫ ਮੰਗਦੇ ਨੇ, ਕੋਈ ਸਾਨੂੰ ਪ੍ਰੂਫ ਦਿਓ। ਅਸੀਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇੰਝ ਆਪਾਂ ਕਹਿ ਸਕਦੇ ਹਾਂ ਵੀ ਉਹ ਪ੍ਰੋਫਿਟ ਦੇਣਾ ਚਾਹੁੰਦੇ ਨੇ। ਹੌਲੀ ਹੌਲੀ ਸਾਡੇ ਵਿੱਚ ਵੜਦੇ ਜਾ ਰਹੇ ਨੇ। ਸਰਕਾਰਾਂ MSP ਨਹੀਂ ਦੇ ਰਹੀਆਂ ਤੇ ਉਹ ਲਗਾਤਾਰ ਪੰਜਾਬ ਦੀ ਧਰਤੀ ਤੇ ਰਿਲਾਇੰਸ ਵਾਲੇ ਆਉਣੇ ਸ਼ੁਰੂ ਹੋ ਗਏ ਨੇ। ਜੀ ਇਹ ਜਿਹੜੀ ਮਿੱਠੀ ਜ਼ਹਿਰ ਆ ਨਾ, ਇਹ ਬਹੁਤ ਦੇਰ ਤੋਂ ਦੇ ਰਿਹਾ। ਜਿਵੇਂ ਮੋਦੀ ਦੀ ਵਿਦੇਸ਼ੀ ਦੌਰਿਆਂ ਦਾ ਵੀ ਜੇ ਗੱਲ ਕਰੀਏ ਤਾਂ ਉੱਥੇ ਵੀ ਤਾਂ ਇਹਨਾਂ ਦੇ ਹੀ ਬਿਜ਼ਨਸ ਵਧਾਉਣ ਲਈ ਉਹ ਤੁਰਿਆ ਫਿਰਦਾ ਰਿਹਾ। ਇੱਥੇ ਬਹੁਤ ਦੇਰ ਤੋਂ ਅੰਦਰ ਖਾਤੇ ਹੌਲੀ ਹੌਲੀ ਜਿਵੇਂ ਕਹ ਲਓ ਜੂੰ ਦੀ ਚਾਲੇ ਇਹ ਸਾਡੇ ਵਿੱਚ ਵੜ ਗਏ। ਹੁਣ ਜਦੋਂ ਇਹ ਬਿੱਲ ਹੀ ਪਾਸ ਕਰਤੇ ਉਹਨਾਂ ਨੇ ਐਂਡ ਤੇ, ਕਿਉਂਕਿ ਸਰਕਾਰ ਨੇ ਬਹੁਤ ਸਾਰੇ ਕੰਮ ਕੀਤੇ ਸੀ ਕਿ ਲੋਕਾਂ ਨੇ ਆਵਾਜ਼ ਨਹੀਂ ਉਠਾਈ। ਜਦੋਂ ਇਹਨਾਂ ਨੇ ਸਿੱਧੇ ਬਿੱਲ ਹੀ ਲੈ ਆਂਦੇ ਤਾਂ ਪੰਜਾਬ ਇੱਦਾਂ ਦਾ ਇੱਕ ਸੂਬਾ ਹੈਗਾ ਆ, ਸ਼ੁਰੂ ਤੋਂ ਤੁਸੀਂ ਆਜ਼ਾਦੀ ਤੋਂ ਭਾਵੇਂ ਪਿੱਛੇ ਵੀ ਚੱਲ ਜਾਓ, ਇਹ ਅਣਖੀ ਆ, ਇਹ ਸੰਘਰਸ਼ਾਂ ਚੋਂ ਨਿਕਲਿਆ ਹੋਇਆ, ਇਹ ਅਬਦਾਲੀ ਦੇ ਰਸਤਿਆਂ ਨੂੰ ਡੱਕਣ ਵਾਲਾ ਪੰਜਾਬ ਸੀ। ਤੇ ਇਹਦੇ ਵਿੱਚ ਉਹ ਹਜੇ ਉਹ ਚੀਜ਼ ਮਰੀ ਨਹੀਂ। ਬੇਸ਼ੱਕ ਮੈਂ ਕਹੂੰਗਾ ਕਿ ਬਹੁਤ ਘਟ ਗਈ ਆ, ਇਹਨੂੰ ਉਨੀ ਨਹੀਂ ਕਹਿ ਸਕਦੇ, ਕਿਉਂਕਿ ਬਹੁਤ ਲੋਕ ਇਹਨੂੰ ਸੰਜੀਦਗੀ ਨਾਲ ਨਹੀਂ ਲੈ ਰਹੇ, ਕਿਉਂ ਕਿਸਾਨੀ ਦਾ ਰੀੜ੍ਹ ਦੀ ਹੱਡੀ ਆ। ਤੇ ਜਿਹੜੇ ਲੋਕ ਉੱਠੇ ਆ ਉਹ ਲੋਕ ਜਾਗਦੇ ਲੋਕ ਉੱਠੇ ਆ, ਤੇ ਉਹਨਾਂ ਲੋਕਾਂ ਦੇ ਉੱਠਣ ਦੀ ਵਜ੍ਹਾ ਦੇ ਨਾਲ ਜਿਵੇਂ ਇਹਨਾਂ ਨੇ ਦੱਸਿਆ ਕਿ 1200 ਦਾ DAP 1900 ਦਾ ਕਰ ਦਿੱਤਾ। ਤੇ ਬਾਕੀ ਜਿਹੜੀਆਂ ਦਵਾਈਆਂ ਆ ਫਸਲਾਂ ਨੂੰ ਪੈਸਟੀਸਾਈਡ ਆ ਉਹ ਵੀ ਇਸੇ ਤਰੀਕੇ ਨਾਲ ਮਹਿੰਗੀਆਂ ਕੀਤੀਆਂ ਹੋਈਆਂ। ਉਹ ਸਾਨੂੰ ਪਤਾ ਨਹੀਂ ਲੱਗਦਾ। ਅਸੀਂ ਇੱਕ ਦੁਕਾਨ ਛੱਡਦੇ ਯਾਰ ਇਹ ਬਹੁਤ ਮਹਿੰਗਾ ਲਾਉਂਦਾ, ਦੂਜੀ ਦੁਕਾਨ ਤੇ ਚੱਲ ਜਾਂਦੇ ਹਾਂ। ਅਸੀਂ ਹੋ ਰਹੇ ਹਾਂ। ਦੁਕਾਨ ਵਾਲਾ ਆਪਣਾ ਮਾਰਜਨ ਰੱਖ ਕੇ ਵੇਚੂਗਾ। ਉਹ ਕਦੇ ਉਹ ਲਾਗਤ ਨਾਲ ਸੌਦਾ ਨਹੀਂ ਵੇਚਦਾ, ਉਹ ਮਾਰਜਨ ਰੱਖ ਕੇ ਵੇਚਦਾ। ਜੇ ਮਰਦਾ ਹੈ ਤੇ ਕਿਸਾਨ ਹੀ ਮਰਦਾ। ਮੈਂ ਤਾਂ ਕਿਸਾਨਾਂ ਨੂੰ ਕਹੂੰਗਾ ਕਿ ਇਹਨੂੰ ਬਿਲਕੁਲ ਸੰਜੀਦਗੀ ਨਾਲ ਲੈ ਲਓ, ਕੇਵਲ ਕਿਸਾਨੀ ਲੈ ਲਓ, ਇਹ ਤੋਂ ਬਾਹਰ ਨਾ ਜਾਓ।
ਇੱਕ ਵਾਰੀ ਆਪਣਾ ਇਹ ਜਿਹੜਾ ਨਾ ਇਹ ਪੰਜਾਬ ਦੀ ਹਾਲਾਤ ਆ, ਜਿਹੜੇ ਹਾਲਤ ਇੰਨੀ ਵਿਗੜ ਚੁੱਕੀ ਆ, ਇਹਨੂੰ ਇੱਕ ਵਾਰੀ ਆਪਾਂ ਤਾਂ ਲੈ ਆਈਏ, ਆਉਣ ਵਾਲੀ ਪੀੜ੍ਹੀ ਜਿਹੜੀ ਉਹ ਬਚੂਗੀ। ਜੇ ਨਹੀਂ ਤਾਂ ਤੁਸੀਂ ਆਪਣਾ ਦਾਲ ਫੁਲਕਾ ਚਲਾ ਕੇ ਚਲੇ ਜਾਓਗੇ, ਅਸੀਂ ਆਪਣਾ ਦਾਲ ਫੁਲਕਾ ਚਲਾ ਕੇ ਚਲਾਂਗੇ। ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹ ਲਾਹਨਤਾਂ ਦਊਗੀ ਕਿ ਸਾਡੇ ਬਜ਼ੁਰਗਾਂ ਨੇ ਉਦੋਂ ਕੀਤਾ ਹੀ ਕੱਖ ਨਹੀਂ। ਜਿਵੇਂ ਆਪਾਂ ਅੱਜ ਵੀ ਕਹਿੰਦੇ ਆ ਕਿ 47 ਵੇਲੇ ਅਸੀਂ 93% ਕੁਰਬਾਨੀਆਂ ਦੇ ਕੇ ਅਸੀਂ ਆਪਣਾ ਖਿੱਤਾ ਲੈ ਨਹੀਂ ਸਕੇ, ਰਾਜ ਲੈ ਨਹੀਂ ਸਕੇ। ਉਹੀ ਮਿਹਣਾ ਅੱਜ ਆਉਣ ਵਾਲੀ ਪੀੜ੍ਹੀ ਸਾਨੂੰ ਵੀ ਮਾਰੂਗੀ ਕਿ ਜੇ ਇਦਾਂ ਦੇ ਕਾਨੂੰਨ ਬਣੇ ਸੀ ਕਿ ਸ਼ਾਂਤਮਈ ਸੰਘਰਸ਼ ਵੀ ਨਹੀਂ ਤੁਸੀਂ ਜਾ ਸਕੇ, ਤੁਸੀਂ ਹਥਿਆਰ ਤਾਂ ਕੀ ਚੱਕਣੇ ਸੀ? ਤੁਸੀਂ ਸੁੱਖਾ ਮਹਿਤਾਬ ਜਾਂ ਉਹ ਮਨੀ ਸਿੰਘ ਵਰਗੇ, ਸ਼ਹੀਦ ਮਨੀ ਸਿੰਘ ਵਰਗੇ, ਉਹ ਤਾਂ ਕਿੱਥੋਂ ਬਣਨਾ ਸੀ? ਤੁਸੀਂ ਸ਼ਾਂਤਮਈ ਸੰਘਰਸ਼ ਦੇ ਵਿੱਚ ਵੀ ਹਿੱਸਾ ਨਹੀਂ ਪਾ ਸਕੇ। ਕਿ ਬਹੁਤ ਦੁੱਖ ਦੀ ਗੱਲ ਹੋਊਗੀ, ਸਾਨੂੰ ਫਟਕਾਰਾਂ ਪੈਣਗੀਆਂ। ਸਾਡੀ ਜਿਹੜੀ ਆ ਨਾ ਉਹ ਹਜੇ ਵੀ ਅਸੀਂ ਉੱਠੀਏ ਤਾਂ ਹਜੇ ਵੀ ਕੁਝ ਕਰੀਏ ਕਿਸਾਨੀ ਵਾਸਤੇ। ਜਿਵੇਂ ਜੀ ਆਧਾਰ ਕਾਰਡ ਮੰਗੇ ਜਾ ਰਹੇ ਨੇ, ਕੰਪਨੀਆਂ ਆਉਣੀਆਂ ਸ਼ੁਰੂ ਹੋ ਗਈਆਂ, ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਲਾਸਟ ਸਵਾਲ ਹੈ ਵੀ ਕਿਸਾਨਾਂ ਨੂੰ ਅਵੇਅਰ ਕਰਨ ਦੇ ਲਈ ਕੀ ਕਹਿਣਾ ਚਾਹੁੰਦੇ ਹੋ? ਕਿਸਾਨਾਂ ਨੂੰ ਤਾਂ ਕਿਸਾਨਾਂ ਨੂੰ ਮੈਂ ਕਹਿਣਾ ਵੀ ਜੋ ਤੁਸੀਂ ਹਰ ਮੌਕੇ ਘਾਟੇ 'ਚ ਹੀ ਜਾਈ ਜਾਂਦੇ, ਘਾਟੇ 'ਚ ਹੀ ਜਾਈ ਜਾਂਦੇ ਆ। ਤੁਸੀਂ ਇੱਕ ਦੂਜੇ ਤੋਂ ਉੱਪਰ ਉੱਠ ਕੇ ਇੱਥੋਂ ਜ਼ਮੀਨ 4 ਖੱਤੇ ਮਿਲਦੇ ਉੱਥੇ ਉਹਨਾਂ ਚੀਜ਼ਾਂ ਨੂੰ ਛੱਡੋ। ਤੁਸੀਂ ਆਪਣੀ ਲਾਗਤ ਤੇ ਦੇਖੋ, ਇਹਦੇ ਵਿੱਚ ਖੱਟ ਕੀ ਰਹੇ ਆ। ਤੁਸੀਂ ਏਕਾ ਕਰਕੇ ਤੁਸੀਂ ਸਰਕਾਰ ਦੇ ਨਾਲ ਜਿਹੜੇ ਆਪਣੇ ਹੱਕ ਬਣਦੇ ਆ ਉਹ ਲੈਣ ਵਾਸਤੇ ਸ਼ਾਂਤਮਈ ਸੰਘਰਸ਼ ਦਾ ਹਿੱਸਾ ਬਣੋ, ਉਹਦੇ ਵਿੱਚ ਸਾਰੇ ਹੱਲ ਹੋ ਜਾਣੇ। ਇਹ ਬੇਟੀ ਹੈ ਤੁਹਾਡੀ ਜੀ, ਇਹਨੂੰ ਵੀ ਤੁਸੀਂ ਅਵੇਅਰ ਕਰਦੇ ਹੋ, ਦੱਸ ਦਿਓ ਵੀ ਜਿਹੜੇ ਕਿਸਾਨ ਨੇ ਉੱਥੇ ਬੈਠੇ ਨੇ? ਜੀ ਜੀ ਜੀ, ਇਹਨੂੰ ਪਤਾ ਆ, ਇਹਨੂੰ ਪਤਾ। ਮੈਂ ਵੀ ਉੱਥੇ ਰਹਿ ਕੇ ਆਉਣਾ ਬਹੁਤ ਦਿਨ, ਤੇ ਮੈਨੂੰ ਮਗਰ ਫੋਨ ਕਰਕੇ ਵੀ ਕਹਿੰਦੀ ਆ ਕਿ ਪਾਪਾ ਤੁਸੀਂ ਕੋਈ ਨਾ, ਅਸੀਂ ਹੈਗੇ ਘਰ, ਤੁਸੀਂ ਉੱਥੇ ਰਹਿ ਲਓ। ਤੇ ਮੈਂ ਇਹਨਾਂ ਦਾ ਕਰਕੇ, ਪਰਿਵਾਰ ਦਾ ਕਰਕੇ ਉਸ ਸੰਘਰਸ਼ ਦੇ ਵਿੱਚ ਲੰਮਾ ਟਾਈਮ ਰਹਿ ਸਕਿਆ। ਨਹੀਂ ਤਾਂ ਵਰਨਾ ਜੇ ਪਰਿਵਾਰ ਨਹੀਂ ਤੁਹਾਡਾ ਸਾਥ ਦਿੰਦਾ ਤਾਂ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਬੇਟਾ ਜਾਂਦੇ ਹੁੰਦੇ ਨੇ ਪਾਪਾ ਦਿੱਲੀ? ਹਾਂਜੀ ਬੋਲ ਕੇ। ਹਾਂਜੀ ਪਿੱਛੇ ਘਰ ਸਾਂਭਦੇ ਹੋ ਤੁਸੀਂ? ਬੋਲ ਕੇ। ਹਾਂਜੀ ਪਿੱਛੇ ਘਰ ਸਾਂਭਦੀ ਹੈ ਕਹਿੰਦੀ। ਦੇਖ ਲਓ ਪਰਿਵਾਰ ਵੀ ਜਿਹੜੇ ਲੱਗੇ ਹੋਏ ਨੇ। ਪਰ ਕਿਸਾਨੀ ਦਾ ਲਗਾਤਾਰ ਵੀਡੀਓ ਬਣਾ ਰਹੇ ਹਾਂ, ਫੀਲਡ ਵਿੱਚ ਵਿਚਰ ਰਹੇ ਹਾਂ। ਅਸੀਂ ਸਬਜ਼ੀ ਵਾਲੀਆਂ ਵੀਡੀਓ ਤੁਹਾਨੂੰ ਦਿਖਾਈਆਂ ਨੇ, ਹੋਰ ਬੜੀਆਂ ਵੀਡੀਓ ਦਿਖਾਈਆਂ, ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਹੈ ਪੰਜਾਬ ਦੇ ਵਿੱਚ। ਪਰ ਹਾਲਾਤ ਜੋ ਨੇ ਉਹ ਬਿਲਕੁਲ ਤੁਹਾਡੇ ਸਾਹਮਣੇ ਨੇ। ਖਰਚਾ ਜਿਹੜਾ ਵੱਧ ਗਿਆ ਹੈ, ਪ੍ਰੋਫਿਟ ਜਿਹੜਾ ਬਹੁਤ ਜ਼ਿਆਦਾ ਘਟ ਗਿਆ ਹੈ। ਕਿਸਾਨ ਦੇ ਪੱਲੇ ਕੀ ਪੈਂਦਾ ਹੈ, ਉਹ ਦ੍ਰਿਸ਼ ਬਿਲਕੁਲ ਸਾਡੇ ਸਾਹਮਣੇ ਨੇ। ਗਰਾਊਂਡ ਦੀਆਂ ਰਿਪੋਰਟਾਂ। ਵੀ ਜੀ ਕੋਈ ਹੋਰ ਗੱਲਬਾਤ ਕਰਨੀ ਚਾਹੁੰਦੇ ਹੋ ਜਿਹੜੀ ਮਨ ਦੇ ਵਿੱਚ ਹੋਵੇ? ਮੇਰੇ ਮਨ 'ਚ ਇਹੀ ਆ ਕਿ ਕਿਸਾਨ ਜਿਹੜਾ ਨਾ ਉਹ ਆਪਣੇ ਤੱਕ ਹੀ ਸੀਮਤ ਰਹੀ ਜਾਂਦਾ ਆ। ਉਹ ਇਹ ਨਹੀਂ ਸੋਚਦਾ ਕਿ ਇਸ ਸੰਘਰਸ਼ ਨੂੰ ਹੁਣ ਮੌਕਾ ਆ, ਉਸ ਤੋਂ ਬਾਅਦ ਸੰਘਰਸ਼ ਜਿਹੜੇ ਸਦਾ ਨਹੀਂ ਵਿੱਢੇ ਜਾਂਦੇ ਹੁੰਦੇ। ਤੁਸੀਂ ਇਸ ਸੰਘਰਸ਼ ਦਾ ਹਿੱਸਾ ਬਣੋ। ਤੁਸੀਂ ਆਪਣਾ ਮੂਲ ਤਾਂ ਪਛਾਣੋ, ਤੁਸੀਂ ਹੈ ਕੀ ਆ, ਤੁਹਾਨੂੰ ਦੱਬਿਆ ਕਿਵੇਂ, ਕਿਹੜੇ ਤਰੀਕੇ ਨਾਲ ਜਾ ਰਿਹਾ। ਹੁਣ ਜੇ ਏਡੇ ਵੱਡੇ ਹੱਲੇ ਦੇ ਵਿੱਚ ਵੀ ਤੁਸੀਂ ਉਹਦਾ ਹਿੱਸਾ ਨਹੀਂ ਬਣ ਸਕਦੇ ਤਾਂ ਮੈਂ ਪਿੱਛੇ ਜਦੋਂ ਬਿਜਲੀ ਦੀ ਬਹੁਤ ਜ਼ਿਆਦਾ ਕਿੱਲਤ ਸੀ, ਅਸੀਂ ਦੂਰ ਪੈਂਦੇ ਹਾਂ, ਕਦੀ ਉਹਦਾ ਟਰਾਂਸਫਾਰਮ ਵਿੱਚੋਂ ਫੀਡਰ ਖਰਾਬ ਹੋ ਗਿਆ, ਕਦੀ ਲੈਣਾ ਤੇ ਹਨੇਰੀ ਆ ਗਈ, ਵੀ ਆ ਗਈ। ਮੈਂ ਕੁਝ ਕਿਸਾਨਾਂ ਨੂੰ ਕਿਹਾ, ਮੈਂ ਕਿਹਾ ਉਹ ਆਪਾਂ ਜਾ ਕੇ ਮਿਲੀਏ ਕੁਛ, ਜੇ ਨਹੀਂ ਆ ਤੇ ਘੱਟੋ ਘੱਟ ਧਰਨਾ ਦਈਏ ਵੀ ਸਾਡਾ ਪਤਾ ਤਾਂ ਲੱਗੇ ਕੁਛ ਹੈ। ਉਹ ਯਾਰ ਮੈਂ ਕੱਲ ਨੂੰ, ਮੇਰੇ ਤੋਂ ਟਾਈਮ ਨਹੀਂ, ਇੱਥੇ ਪਾਣੀ ਮੋੜਨਾ, ਉੱਥੇ ਮਤਲਬ ਇੱਥੋਂ ਤੱਕ ਸੀਮਤ ਆ ਕਿ ਉਹ ਆਪਣੇ ਹੱਕ ਲੈਣ ਨੂੰ ਵੀ ਤਿਆਰ ਨਹੀਂ। ਜੇ ਤੁਸੀਂ ਹੱਕ ਲੈਣ ਨੂੰ ਤਿਆਰ ਨਹੀਂ, ਤੁਸੀਂ ਰੋਂਦੇ ਨਹੀਂ, ਤਾਂ ਮਾਂ ਵੀ ਨਹੀਂ ਦੁੱਧ ਦਿੰਦੀ। ਹਾਂ, ਇਹ ਕਿਸਾਨਾਂ ਦੀ ਆਪਣੀ ਘਾਟ ਵੀ ਆ ਕਿ ਆਪਣੇ ਹੱਕ ਲੈਣ ਨੂੰ ਤਿਆਰ ਨਹੀਂ, ਤੇ ਆਪਣਾ ਪੈਲੀ ਦਾ ਕਿਤੇ ਬੰਨਾ ਦੂਜੇ ਪਾਸੇ 2 ਇੰਚ ਵੀ ਚਲ ਗਿਆ, ਉਹਦਾ ਕਤਲ ਵੀ ਕਰ ਦੇਣਗੇ। ਜੀ ਜੀ, ਇਹ ਕਿਸਾਨਾਂ ਦੀ ਹਾਲਾਤ ਨੇ। ਕਿਸਾਨਾਂ ਦੀਆਂ ਕੁਝ ਆਪ ਦੀਆਂ ਵੀ ਕਮੀਆਂ ਹੈਗੀਆਂ ਨੇ, ਇਕੱਠੇ ਹੋਣ ਦੀ ਲੋੜ ਹੈ। ਮੇਨ ਗੱਲ ਆ ਕਿ ਉੱਥੇ ਖੜ ਜਾਂਦੀ ਹੈ। ਜਦ ਦਿੱਲੀ ਅੱਜ ਕਿਸਾਨ ਬੈਠੇ ਨੇ, ਵੀਰ ਜੀ ਹੁਣਾਂ ਨੇ ਬੜੀਆਂ ਸੋਹਣੀਆਂ ਉਦਾਹਰਨਾਂ ਦਿੱਤੀਆਂ ਵੀ ਕੱਲ ਸਾਡੇ ਬੱਚੇ ਆ ਕੇ ਸਾਨੂੰ ਪੁੱਛਣਗੇ ਵੀ ਪਾਪਾ ਜਦੋਂ ਸ਼ਾਂਤਮਈ ਸੰਘਰਸ਼ ਚੱਲ ਰਿਹਾ ਸੀ, ਤੁਹਾਨੂੰ ਹਥਿਆਰ ਵੀ ਚੁੱਕਣ ਦੀ ਕੋਈ ਜ਼ਰੂਰਤ ਨਹੀਂ ਸੀਗੀ, ਫਿਰ ਵੀ ਤੁਸੀਂ ਸਰਕਾਰਾਂ ਤੋਂ ਆਪਣੇ ਹੱਕ ਕਿਉਂ ਨਹੀਂ ਲੈ ਸਕੇ? ਸੰਨ 47 ਵੇਲੇ ਤੇ ਤੁਸੀਂ ਕਿੰਨੀਆਂ ਜ਼ਿਆਦਾ ਕੁਰਬਾਨੀਆਂ ਕੀਤੀਆਂ ਨੇ, ਕਿਵੇਂ ਅੱਗੇ ਲੱਗ ਕੇ ਤੁਸੀਂ ਚੱਲੇ ਹੋ, ਕੁਰਬਾਨੀਆਂ ਤੱਕ ਦੇ ਦਿੱਤੀਆਂ। ਸਭ ਤੋਂ ਜ਼ਿਆਦਾ ਕੁਰਬਾਨੀਆਂ ਜਿਹੜੀਆਂ ਸਿੱਖਾਂ ਦੀਆਂ ਮੰਨੀਆਂ ਜਾਂਦੀਆਂ ਨੇ। ਪਰ ਅੱਜ ਦੇ ਸਮੇਂ ਦੇ ਵਿੱਚ ਕੋਈ ਕੁਰਬਾਨੀ ਕਰਨ ਦੀ ਵੀ ਲੋੜ ਨਹੀਂ ਸੀ, ਸ਼ਾਂਤਮਈ ਢੰਗ ਦੇ ਨਾਲ ਤੁਸੀਂ ਹੱਕ ਲੈ ਸਕਦੇ ਸੀਗੇ। ਇਹ ਦ੍ਰਿਸ਼ ਨੇ ਜੀ, ਇਹ ਲੋਕਾਂ ਦੇ ਨਾਲ ਆਮ ਗੱਲਬਾਤ ਹੈ। ਕਿਸਾਨ ਵੀਰਾਂ ਦੇ ਨਾਲ ਫੀਲਡ ਦੇ ਵਿੱਚ ਵਿਚਰਦਿਆਂ ਹੋਇਆਂ ਅਸੀਂ ਇੱਥੇ ਆਏ ਸੀ। ਇਲਾਕਾ ਜਿਹੜਾ ਇਹ ਗੜ੍ਹ ਮੰਨਿਆ ਜਾਂਦਾ ਹੈ। ਅਸੀਂ ਵੀ ਸੋਚਿਆ ਵੀ ਚਲੋ ਕੁਝ ਖਾਣ ਦੇ ਲਈ ਲੈ ਕੇ ਆਉਂਦੇ ਆ, ਹਦਵਾਣੇ ਲੈ ਕੇ ਆਉਂਦੇ ਆ, ਖਰਬੂਜੇ ਲੈ ਕੇ ਆਉਂਦੇ ਆ, ਤੇ ਨਾਲ ਦੀ ਨਾਲ ਸਾਨੂੰ ਵੀਰ ਮਿਲ ਗਏ, ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ। ਇੱਕ ਦੁੱਖ ਦੀ ਰਗ ਦੇ ਉੱਪਰ ਹੱਥ ਰੱਖਣ ਵਾਲੀ ਜਿਹੜੀ ਗੱਲ ਹੁੰਦੀ ਹੈ, ਬਿਲਕੁਲ ਦ੍ਰਿਸ਼ ਨੇ ਸਾਹਮਣੇ, ਦੂਰ ਤੱਕ ਤੁਸੀਂ ਦੇਖ ਸਕਦੇ ਹੋ, ਬਹੁਤ ਦੂਰ ਤੱਕ ਜਿਹੜੇ ਖਰਬੂਜੇ ਲਾਏ ਗਏ ਨੇ, ਹਦਵਾਣੇ ਲਾਏ ਗਏ ਨੇ। ਪਰ ਹਾਲਾਤ ਜਿਹੜੇ ਇਸ ਵਾਰ ਇਸ ਤਰ੍ਹਾਂ ਦੇ ਨੇ ਵੀ 50,000 ਖਰਚਾ ਤੇ 35,000 ਰੁਪਈਆ, ਆਪਾਂ ਇੰਜ ਕਹਿ ਸਕਦੇ ਹਾਂ ਵੀ 35,000 ਰੁਪਈਆ ਪੱਲੇ ਦੇ ਵਿੱਚ ਪਿਆ ਹੈ, ਤੇ 15,000 ਰੁਪਈਆ ਜਿਹੜਾ ਹੈਗਾ ਉਹ ਕੋਲੋਂ ਲਾਉਣ ਵਾਲੀ ਗੱਲ ਹੈ। ਘਾਟੇ ਦੇ ਵਿੱਚ ਰਿਹਾ ਇਹ ਸਾਰਾ ਸਿਸਟਮ। ਤੁਸੀਂ ਦੇਖ ਰਹੇ ਹੋ ਸੁਰਖਾਬ ਟੀਵੀ, ਮੈਂ ਅਮਰਪ੍ਰੀਤ ਸਿੰਘ ਗੁੱਜਰਵਾਲ।